गए मसकत काल, नानक ते मुख उजले खेती छुटी नाल। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। साध संगत जी, बेनती है साडे बहुत ही सत्कारयोग प्रोफैसर ज्ञानी अमनदीप सिंह जी, साहिबजादा दिलदार सिंह गुरमत मिशनरी कॉलेज रोपड़ पंजाब तो पहुंचे हुए हैं, जिन्हां दा समां अज सवेर के दीवाना दे विच, कल नूं सवेर के दीवाना विच अते अज ते कल शाम के दीवाना विच कथा की हाज़री भरनगे। समां जो रूटीन दी हर रोज़ की तरह हुंदी है कथा विचार, गुरबाणी की श्री सहज पाठ साहिब जी की विचार। शाम के दीवाना दे विच भी जो 9वें महले के श्लोक चलते पे हैं उन्हां दी विचार होएगी। सो बेनती है कि आप जी इसी प्रकार दीवाना दे विच सजे रहंदी कृपालता करना जी। वाहिगुरु जी का खालसा वाहिगुरु जी की फतेह। दाऊद बंदन अखबार सर्व कला समरथ, डोलन ते रखो प्रभु नानक दे कर हथ। मैं नाही किश पाउना किश आहे न मोरा, अवसर लज्जा राख लिहो सदना जन तोरा। अवसर लज्जा राख लिहो सदना जन तोरा। वाहिगुरु साहिब जीओ धन वाहिगुरु साहिब जीओ। वाहिगुरु साहिब जीओ। श्लोक महला दूजा। नानक अंधा होए कै रत्ना परखण जाए, रत्ना सार ना जानाई आवे आप लखाए। नानक अंधा होए कै रत्ना परखण जाए, रत्ना सार न जानाई आवे आप लखाए। महला दूजा। रत्ना केरी गुथली रत्नी खोली आए, वखर तै बन जारिया दूहां रही समाए। जिन गुण पल्लै नानका माणक वण जैसे, रत्ना सार ना जाननी
ਅੰਧੇ ਵਤੈ ਲੋਏ। ਪੌੜੀ ਨੌ ਦਰਵਾਜੇ ਕਾਇਆ ਕੋਟ ਹੈ, ਦਸਵੈਂ ਗੁਪਤ ਰਖੀਜੈ। ਬੱਜਰ ਕਪਾਟ ਨਾ ਖੁੱਲਨੀ, ਗੁਰ ਸ਼ਬਦ ਖੁਲੀਜੈ। ਅਨਹਦ ਵਾਜੇ ਧੁਨ ਵਾਜਦੇ, ਗੁਰ ਸ਼ਬਦ ਸੁਣੀਜੈ। ਤਿਤ ਘਟ ਅੰਤਰ ਚਾਨਣਾ, ਕਰ ਭਗਤ ਮਲੀਜੈ। ਸਭ ਮਹਿ ਏਕ ਵਰਤਦਾ, ਜਿਨ ਆਪੇ ਰਚਨ ਰਚਾਈ। ਸਭ ਮਹਿ ਏਕ ਵਰਤਦਾ, ਜਿਨ ਆਪੇ ਰਚਨ ਰਚਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਗੁਰੂਆਂ ਕੇ ਗੁਰੂ ਪਤਿਤ ਪਾਵਨ, ਕਿਰਪਾ ਨਿਧਾਨ ਭਗਤ ਵਸ਼ਲ, ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ। ਆਦ ਰੂਪ ਪੋਖਣ ਭਰਣੰ ਸਤਿਗੁਰੂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਸਤ ਸੰਗੀ ਜਨੋ। ਅਸੀਂ ਸਾਰੇ ਭਾਗਾਂ ਵਾਲੇ ਹਾਂ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਪਏ ਹਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚੱਲ ਰਹੇ ਸ੍ਰੀ ਸਹਿਜ ਪਾਠ ਸਾਹਿਬ, ਜੋ ਅਰਥ ਭਾਵ ਦੇ ਨਾਲ ਅਸੀਂ ਸਭ ਸੰਗਤਾਂ ਰਲ ਮਿਲ ਕੇ ਵਿਚਾਰ ਕਰਦੇ ਹਾਂ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਾਣੀ ਦੀ ਲੜੀਵਾਰ ਸਹਿਜ ਪਾਠ ਸਾਹਿਬ ਜੀ ਦੀ ਵਿਚਾਰ ਦੇ ਵਿੱਚ ਜੁੜ ਬੈਠੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਸ਼ਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਤਿਨਾਂ ਦੇ ਪਵਿੱਤਰ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਬਚਨ ਹਨ। ਪਾਵਨ ਅੰਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 954 ਪਾਵਨ ਅੰਗ ਤੇ ਸੁਭਾਏਮਾਨ ਪਵਿੱਤਰ ਬਾਣੀ ਦੇ ਪਾਵਨ ਪਵਿੱਤਰ ਬੋਲ। ਗਰੀਬ ਨਵਾਜ ਕਿਰਪਾ ਕਰਨ, ਆਪ ਸਭ ਸੰਗਤਾਂ ਸੇਵਾਦਾਰ ਨੂੰ ਅਸੀਸ ਬਖਸ਼ਿਸ਼ ਕਰੋ। ਗਰੀਬ ਨਵਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਨਾਲ ਆਪਣਾ ਹਿਰਦਾ ਜੋੜਨ ਦਾ ਯਤਨ ਕਰੀਏ। ਅਦਬ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸ਼ਲੋਕ ਮਹਿਲਾ ਦੂਜਾ। ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ, ਰਤਨਾ ਸਾਰ ਨਾ ਜਾਣਈ, ਆਵੈ ਆਪ ਲਖਾਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਪਾਵਨ ਸ਼ਲੋਕ ਦੇ ਵਿੱਚ ਮਨੁੱਖ ਦੀ ਉਸ ਹਾਲਤ ਦਾ ਵਰਣਨ ਕੀਤਾ ਹੈ ਜਿਸ ਹਾਲਤ ਵਿੱਚ ਮਨੁੱਖ ਕਿਸੇ ਗੋਝ ਵਸਤੂ ਦਾ, ਗੋਝ ਦੁਰਲੱਭ ਵਸਤੂ ਦਾ ਅੰਦਾਜ਼ਾ ਨਹੀਂ ਲਗਾ ਸਕਦਾ, ਕੇਵਲ ਗੱਲਾਂ ਦਾ ਹੀ ਬਣਾਉਂਦਾ ਹੈ, ਬਾਤਾਂ ਹੀ ਬਣਾਉਣ ਵਾਲਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਉਹਦੀ ਮੈਂ ਇਸ ਪ੍ਰਕਾਰ ਆਪ ਜੀ ਨਾਲ ਸਾਂਝ ਪਾਉਣਾ ਵਾਂ ਕਿ ਜਿਵੇਂ ਇੱਕ ਮਨੁੱਖ ਜਿਹਦੇ ਨੇਤਰ ਨਹੀਂ ਨੇ, ਜਿਹਦੀਆਂ ਅੱਖਾਂ ਨਹੀਂ ਹੈ, ਤੇ ਉਹ ਮਨੁੱਖ ਇਹ ਦਾਅਵਾ ਕਰਦਾ ਹੋਵੇ ਕਿ ਮੈਂ ਰਤਨਾਂ ਦੀ ਪਰਖ ਕਰਨ ਜਾਣਦਾ। ਆਪ ਸਭ ਵਿਦਵਾਨ ਸਿਆਣੇ ਪੁਰਖ ਬੈਠੇ ਹੋ, ਰਤਨਾਂ ਦੀ ਪਰਖ ਜਿਹੜਾ ਹੈ ਜੌਹਰੀ ਕਰਦਾ ਹੈ, ਔਰ ਜੌਹਰੀ ਦਾ 1 2 4 ਦਿਨ ਦਾ ਤਜਰਬਾ ਨਹੀਂ ਹੁੰਦਾ, ਉਹ ਪੀੜ੍ਹੀ ਦਰ ਪੀੜ੍ਹੀ ਚੱਲਿਆ ਆਉਂਦਾ ਹੈ। ਉਹਦੇ ਦਾਦੇ ਪੜਦਾਦੇ ਜੌਹਰੀ ਦਾ ਕੰਮ ਕਰਦੇ ਨੇ।
ਸੈਂਕੜੇ ਪੱਥਰਾਂ ਦੇ ਵਿੱਚ ਜੇ ਇੱਕ ਵੀ ਰਤਨ, ਡਾਇਮੰਡ, ਕੋਈ ਇਦਾਂ ਦਾ ਕੀਮਤੀ ਸਟੋਨ ਹੋਵੇਗਾ ਤੇ ਸੈਂਕੜੇ ਪੱਥਰਾਂ ਨੂੰ ਪਾਸੇ ਕਰਕੇ ਜੌਹਰੀ ਜਿਹੜਾ ਹੈ ਉਹਨੂੰ ਪ੍ਰਾਪਤ ਕਰ ਲਏਗਾ, ਲੱਭ ਲਏਗਾ। ਜੇ ਕੋਈ ਉਹਨੂੰ ਇਹ ਗੱਲ ਕਵੇ ਕਿ ਭਾਈ ਤੈਨੂੰ ਕਿਵੇਂ ਪਤਾ ਹੈ ਕਿ ਇਹ ਜਿਹੜੇ ਪੱਥਰ ਨੇ ਇਹਨਾਂ ਵਿੱਚ ਕੀਮਤੀ ਪੱਥਰ ਵੀ ਹੁੰਦੇ ਨੇ, ਰਤਨ ਵੀ ਹੁੰਦੇ ਨੇ, ਡਾਇਮੰਡ, ਹੀਰੇ ਵੀ ਹੁੰਦੇ ਨੇ? ਉਹ ਕਹਿੰਦਾ ਹੈ ਇਹ ਸਾਡਾ ਖਾਨਦਾਨੀ ਕੰਮ ਹੈ, ਮੇਰੇ ਬਜ਼ੁਰਗਾਂ ਤੋਂ ਮੈਨੂੰ ਪਰਖ ਕਰਨੀ ਆਉਂਦੀ ਹੈ। ਹੁਣ ਇੱਕ ਮਨੁੱਖ ਦਾ ਸਦੀਆਂ ਦਾ ਤਜਰਬਾ ਹੈ, ਸਾਲਾਂ ਬੱਧੀ ਦੀ ਮਿਹਨਤ ਹੈ, ਮੁਸ਼ੱਕਤ ਹੈ, ਤੇ ਇੱਕ ਮਨੁੱਖ ਐਵੇਂ ਹੀ ਆ ਕੇ ਕਹਿ ਦੇ ਕਿ ਮੈਂ ਵੀ ਰਤਨਾਂ ਦੀ ਪਰਖ ਕਰਨ ਜਾਣਦਾ। ਗਰੀਬ ਨਿਵਾਜ ਮਹਾਰਾਜ ਕਹਿੰਦੇ ਰਤਨ ਦੀ ਪਰਖ ਕਰਨ ਦੇ ਲਈ ਸਭ ਤੋਂ ਪਹਿਲਾਂ ਮਨੁੱਖ ਦੇ ਨੇਤਰਾਂ ਦਾ ਹੋਣਾ ਅਤ ਜ਼ਰੂਰੀ ਹੈ। ਜੇ ਮਨੁੱਖ ਦੇ ਕੋਲ ਨੇਤਰ ਨਹੀਂ ਤੇ ਕਹਿੰਦੇ ਕਦੀ ਵੀ ਉਹ ਕਿਸੇ ਚੀਜ਼ ਨੂੰ ਸਪਸ਼ਟ ਨਹੀਂ ਵੇਖ ਸਕਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਿੱਥੇ ਗੁਰਬਾਣੀ ਦੇ ਅੰਤਰੀ ਭਾਵ ਦੀ ਗੱਲ ਕੀਤੀ ਹੈ ਨਾ, ਉੱਥੇ ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ, ਨਾਨਕ ਹੇ ਨਾਨਕ ਅੰਧਾ ਹੋਏ ਕੈ। ਇੱਕ ਮਨੁੱਖ ਅੰਧਾ ਹੈ, ਇੱਕ ਮਨੁੱਖ ਅੰਨਾ ਹੈ, ਬਲਾਈਂਡ ਹੈ, ਉਹਦੀਆਂ ਅੱਖਾਂ ਦੀ ਜੋਤ ਨਹੀਂ ਹੈ, ਉਹ ਕੰਮ ਨਹੀਂ ਕਰਦੀਆਂ, ਉਹਨੂੰ ਦਿਖਾਈ ਨਹੀਂ ਦੇ ਰਿਹਾ, ਪਰ ਦਾਵਾ ਕਰਦਾ ਹੈ ਕਿ ਮੈਨੂੰ ਸਭ ਕੁਝ ਦਿਖਾਈ ਦੇ ਰਿਹਾ ਹੈ, ਮੈਂ ਸਭ ਕੁਝ ਵੇਖਦਾ ਵਾਂ। ਸਾਹਿਬ ਕਹਿੰਦੇ ਰਤਨਾਂ ਦੀ ਪਰਖ ਕਰਨ ਚਲਾ ਜਾਏ ਕਿ ਮੈਂ ਤੁਹਾਨੂੰ ਪਰਖ ਕੇ ਦੇਣਾ ਰਤਨ ਕੀ ਹੈ। ਰਤਨ ਕਿਹਨੂੰ ਕਹਿੰਦੇ ਨੇ? ਗੁਰਬਾਣੀ ਦਾ ਪਾਵਨ ਬਚਨ ਹੈ। ਸਾਹਿਬ ਕਹਿੰਦੇ ਰਤਨ ਬਹੁਤ ਕੀਮਤੀ ਸਟੋਨ ਹੈ, ਤੇ ਜਦੋਂ ਸਾਹਿਬ ਦੀ ਗੁਰਬਾਣੀ ਨੂੰ ਕਿਤੇ ਕੀਮਤੀ ਵਸਤੂ ਨਾਲ ਤਸ਼ਬੀਹ ਦਿੱਤੀ ਹੈ ਨਾ, ਐਗਜ਼ਾਮਪਲ ਦਿੱਤੀ ਹੈ, ਤੇ ਸਾਹਿਬ ਕਹਿੰਦੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਹੇ ਮੇਰੇ ਰਾਮ ਜੀ, ਹੇ ਮੇਰੇ ਵਾਹਿਗੁਰੂ, ਤੇਰੇ ਬਚਨ ਜਿਹੜੇ ਨੇ ਉਹ ਰਤਨਾ ਵਰਗੇ ਨੇ, ਕੀਮਤੀ ਨੇ। ਭਾਵ ਕਈ ਵਾਰ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹੀਏ ਨਾ, ਤੇ ਮੇਰੇ ਦੀਨ ਦਿਆਲ ਪਾਤਸ਼ਾਹ ਨੇ ਐਡੀ ਵੱਡੀ ਕਿਰਪਾ ਕੀਤੀ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਉਹ ਪਿਆਰਿਆ, ਇਹ ਜਿਹੜੇ ਸ਼ਬਦ ਨੇ ਗੁਰੂ ਦੀ ਬਾਣੀ ਹੈ, ਗੁਰੂ ਦੀ ਬਾਣੀ ਦੇ ਬਚਨ ਨੇ, ਇਹ ਕੀਮਤੀ ਰਤਨਾਂ ਤੋਂ ਵੀ ਉੱਤਮ ਨੇ। ਜਿਹੜਾ ਮਨੁੱਖ ਇਹਨੂੰ ਸਮਝ ਜਾਏ, ਜਿਹੜਾ ਮਨੁੱਖ ਇਹਨੂੰ ਕਮਾਲ ਹੈ, ਉਹਨੂੰ ਪਤਾ ਲੱਗਦਾ ਹੈ ਕਿ ਗੁਰਬਾਣੀ ਕਿੰਨੀ ਕੁ ਵੱਡੀ ਦਾਤ ਹੈ, ਕਿੰਨੀ ਕੁ ਵੱਡੀ ਕੀਮਤ ਵਾਲੀ ਹੈ। ਤਾਂ ਹੀ ਤੇ ਜਦੋਂ ਬਾਕੀ ਚੀਜ਼ਾਂ ਕੋਈ ਤੋਲ ਲਿਆ ਕਿਸੇ ਨੇ, ਕਿਸੇ ਨੂੰ ਮਿਣ ਲਿਆ, ਕਿਸੇ ਨੂੰ ਗਿਣ ਲਿਆ, ਤੇ ਜਦੋਂ ਗੁਰੂ ਕੇ ਬਚਨ ਦੀ ਗੱਲ ਆਈ, ਕਹਿਣ ਲੱਗੇ ਬੇਸ਼ੁਮਾਰ ਅਥਾ ਅਗਣਤ ਅਤੁਲੈ, ਜਿਉਂ ਬੁਲਾਵੇਂ ਤਿਉਂ ਨਾਨਕ ਦਾਸ ਬੋਲੇ। ਕਹਿਣ ਲੱਗੇ ਮਹਾਰਾਜ ਤੇਰਾ ਸ਼ੁਮਾਰ ਨਹੀਂ ਲਾਇਆ ਜਾ ਸਕਦਾ, ਤੇਰੀ ਕੀਮਤ ਨਹੀਂ ਪਾਈ ਜਾ ਸਕਦੀ, ਕੀਮਤ ਬਹੁਤ ਵੱਡੀ ਹੈ ਤੇਰੀ। ਕਹਿੰਦੇ ਹੇ ਮੇਰੇ ਮਾਲਕਾ, ਜੇ ਅਸੀਂ ਵੇਖੀਏ ਕਿ ਇੱਕ ਮਨੁੱਖ ਦੇ ਨੇਤਰ ਨਹੀਂ, ਅੱਖਾਂ ਨਹੀਂ, ਤੇ ਦਾਵਾ ਕਰਨ ਤੁਰ ਪਏ ਕਿ ਮੈਂ ਰਤਨਾਂ ਦੀ ਪਰਖ ਕਰਨ ਜਾਣਦਾ ਵਾਂ, ਕਹਿੰਦੇ ਉਹ ਰਤਨਾਂ ਦੀ ਪਰਖ ਤੇ ਨਹੀਂ ਜਾਣਦਾ। ਬੜੇ ਪ੍ਰੇਮ ਦੇ ਵਿੱਚ ਸਰਵਣ ਕਰੀਏ ਜੀ। ਰਤਨਾ ਸਾਰ ਨਾ ਜਾਣਾਈ, ਕਹਿੰਦੇ ਰਤਨਾਂ ਦੀ ਸਾਰ ਨੂੰ ਤੇ ਨਹੀਂ ਜਾਣਦਾ, ਉਹਦੀ ਕਹਿ ਲੋ ਕਿ ਕੀਮਤ ਨੂੰ ਨਹੀਂ ਜਾਣਦਾ। ਆਵੇ ਆਪ ਲਖਾਏ, ਕਹਿੰਦੇ ਆਪਣਾ ਆਪ ਲਿਖਾ ਕੇ ਆ ਜਾਂਦਾ ਹੈ। ਜਿਹੜਾ ਨਹੀਂ ਸੀ ਨਾ ਪਤਾ ਲੱਗਣਾ ਕਿ ਇਹ ਮਨੁੱਖ ਦੀਆਂ ਅੱਖਾਂ 'ਚ ਜੋਤ ਕੋਈ ਨਹੀਂ, ਇਹ ਅੰਨਾ ਹੈ, ਇਹ ਅੰਧਾ ਮਨੁੱਖ ਹੈ, ਇਹਨੂੰ ਰਸਤਾ ਦਿਖਾਈ ਨਹੀਂ ਦਿੰਦਾ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਜਿਹੜਾ ਨਹੀਂ ਸੀ ਪਤਾ ਲੱਗਣਾ ਉਹ ਵੀ ਪਤਾ ਲੱਗ ਜਾਂਦਾ ਹੈ। ਹੁਣ ਅੰਨੇ ਮਨੁੱਖ ਬਾਰ-ਬਾਰ ਕਹੀ ਜਾਵੇ ਕਿ ਇਹ ਰਸਤੇ ਨੂੰ ਮੈਂ ਜਾਣਦਾ, ਮੈਂ ਜਾਣਦਾ। ਗੁਰੂ ਪਿਆਰ ਵਾਲਿਓ, ਗੁਰਬਾਣੀ ਨੇ ਬੜਾ ਸਪਸ਼ਟ ਕੀਤਾ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮਾਰਗ ਮੋਤੀ ਬਿਥੁਰੇ, ਅੰਧਾ ਨਿਕਸਿਓ ਜਾਏ, ਜੋਤ ਬਿਨਾ ਜਗਦੀਸ਼ ਕੀ, ਜਗਤ ਉਲੰਘ ਹੈ ਜਾਏ। ਹੁਣ ਮਨੁੱਖ ਦੇ ਨੇਤਰ ਕੋਈ ਨਾ ਹੋਣ, ਮਨੁੱਖ ਦੀ ਅੱਖਾਂ ਦੀ ਜੋਤ ਕੋਈ ਨਾ ਹੋਵੇ, ਤੇ ਉਹਨੂੰ ਤੋਰ ਦਿਓ ਰਸਤੇ ਤੇ, ਰਾਹ ਵਿੱਚ। ਬਾਬਾ ਕਬੀਰ ਸਾਹਿਬ ਕਹਿੰਦੇ ਮੋਤੀ ਖਿਲਾਰ ਦਿਓ। ਹੁਣ ਮੋਤੀ ਖਿਲਰੇ ਪਏ ਨੇ, ਨੰਗੇ ਪੈਰ ਅੰਨਾ ਮਨੁੱਖ ਚੱਲਦਾ ਪਿਆ ਹੈ। ਗਰੀਬ ਨਿਵਾਜ ਮਹਾਰਾਜ ਕਹਿਣ ਲੱਗੇ
ਉਹਨੂੰ ਕੇਵਲ ਇਹੀ ਮਹਿਸੂਸ ਹੋਵੇਗਾ ਕਿ ਕਿਸੇ ਨੇ ਪੱਥਰ ਸੱਟ ਦਿੱਤੇ ਨੇ ਮੇਰੇ ਰਾਹ ਦੇ ਵਿੱਚ, ਮੇਰੇ ਰਾਹ ਵਿੱਚ ਤਕਲੀਫ ਪੈਦਾ ਕਰ ਰਿਹਾ ਹੈ। ਵੇਖੋ ਜਿਹੜੇ ਸੰਸਾਰਕ ਤੌਰ ਤੇ ਬਲਾਈਂਡ ਨੇ ਨਾ, ਅੰਨੇ ਨੇ, ਉਹਨਾਂ ਨਾਲ ਮਨੁੱਖ ਨੂੰ ਹਮਦਰਦੀ ਆ ਜਾਂਦੀ ਹੈ। ਨਹੀਂ ਭਾਈ, ਇਹਦੀ ਜੋਤ ਕੋਈ ਨਹੀਂ, ਇਹਦੀਆਂ ਅੱਖਾਂ 'ਚ ਜਾਨ ਕੋਈ ਨਹੀਂ, ਤਾਕਤ ਕੋਈ ਨਹੀਂ, ਇਹਨੂੰ ਸੜਕ ਪਾਰ ਕਰਾ ਦਿਓ, ਇਹਦੀ ਮਦਦ ਕਰ ਦਿਓ, ਕਿਉਂਕਿ ਇਹਦੀ ਅੱਖਾਂ 'ਚ ਜੋਤ ਕੋਈ ਨਹੀਂ। ਪਰ ਜਿੱਥੇ ਗੁਰਬਾਣੀ ਦੀ ਬਾਤ ਹੋਵੇ, ਜਿੱਥੇ ਗੁਰਬਾਣੀ ਦੇ ਵਿਚਾਰ ਦੀ ਗੱਲ ਹੋਵੇ, ਗੋਹਜ ਸ਼ਬਦ ਦੀ ਗੱਲ ਹੋਵੇ, ਉੱਥੇ ਮਨੁੱਖ ਕੋਈ ਦਾਵਾ ਕਰ ਦਵੇ ਕਿ ਭਾਈ ਮੈਂ ਸਭ ਕੁਝ ਜਾਣਨ ਵਾਲਾ ਵਾਂ, ਮੈਂ ਤੁਹਾਨੂੰ ਰਾਹ ਵਿਖਾਵਾਂਗਾ, ਮੈਂ ਤੁਹਾਨੂੰ ਅੱਗੇ ਲੈ ਕੇ ਜਾਵਾਂਗਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜੀਵਨ ਦੀ ਹਾਲਤ ਇਹ ਹੈ, ਅੰਨਾ ਮਨੁੱਖ ਤੁਰ ਪਿਆ ਉਸ ਰਸਤੇ ਤੇ ਰਾਹ 'ਚ ਮੋਤੀ ਖਿਲਰੇ ਨੇ, ਪਰ ਕਦੀ ਉਹਨੂੰ ਪਰਖ ਕੋਈ ਨਹੀਂ ਹੈ, ਕਿਉਂਕਿ ਅੱਖਾਂ 'ਚ ਜੋਤ ਕੋਈ ਨਹੀਂ। ਅੱਖਾਂ 'ਚ ਜੋਤ ਹੁੰਦੀ, ਫੜ ਕੇ ਪਕੜ ਕੇ ਜੇਬ 'ਚ ਪਾ ਲੈਂਦਾ, ਹੋ ਸਕਦਾ ਅਮੀਰ ਹੋ ਜਾਂਦਾ, ਗਰੀਬੀ ਨਿਕਲ ਜਾਂਦੀ, ਪਰ ਅੱਖਾਂ ਦੀ ਜੋਤ ਨਾ ਹੋਣ ਕਰਕੇ ਅੰਨੇ ਨੇ ਕੋਈ ਕੀਮਤ ਨਹੀਂ ਪਾਈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਰੱਬੀ ਜੋਤ ਨਹੀਂ, ਸਮਝ ਨਹੀਂ, ਗਿਆਨ ਨਹੀਂ। ਤੇ ਮਨੁੱਖ ਜਦੋਂ ਆਤਮਿਕ ਤੌਰ ਤੇ ਅੰਨਾ ਹੋ ਗਿਆ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਮੁੱਚੇ ਜਗਤ ਦੀ, ਜ਼ਿਆਦਾਤਰ ਜਗਤ ਦੀ ਇਹ ਹਾਲ ਹੈ ਨੇ ਵਿਰਲੇ ਨਾਹੀ ਘਣੇ, ਫੈਲ ਫਕਰ ਸੰਸਾਰ। ਕਹਿੰਦੇ ਸੱਚ ਕਰਕੇ ਜਾਣਿਓ ਬਹੁਤਾਤ ਦੁਨੀਆ ਕਾਇਨਾਤ ਐਦਾਂ ਦੀ ਹੈ ਜਿਨ੍ਹਾਂ ਦੇ ਕੋਲ ਮਾਲਕ ਦੀ ਸੂਝ ਦਾ, ਗਿਆਨ ਦੇ ਨੇਤਰ ਨਹੀਂ ਹੈ। ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ। ਪਰਖਣ ਰਤਨਾ ਨੂੰ ਲੱਗਾ ਏ, ਅੱਖਾਂ 'ਚ ਜੋਤ ਕੋਈ ਨਹੀਂ ਹੈ। ਰਤਨਾ ਸਾਰ ਨਾ ਜਾਣਈ, ਕਹਿੰਦੇ ਰਤਨਾ ਦੀ ਸਾਰ ਨੂੰ ਨਹੀਂ ਜਾਣਦਾ, ਕੀਮਤ ਨੂੰ ਨਹੀਂ ਜਾਣਦਾ। ਆਵੈ ਆਪ ਲਖਾਏ, ਕਹਿੰਦੇ ਭਾਈ ਸਪਸ਼ਟ ਕਰ ਦਿੱਤਾ, ਦੁਨੀਆ ਵਿੱਚ ਪਤਾ ਲੱਗ ਗਿਆ ਕਿ ਇਹ ਬੰਦਾ ਅੰਨਾ ਹੈ। ਗਰੀਬ ਵਾਲੇ ਪਾਤਸ਼ਾਹ ਮਹਾਰਾਜ ਜਦੋਂ ਗੁਰਬਾਣੀ 'ਚ ਉਦਾਹਰਨ ਦਿੰਦੇ ਨੇ ਨਾ, ਫਿਰ ਸੱਚ ਕਰਕੇ ਜਾਣਿਓ ਕਿਤੇ ਏਦਾਂ ਦਾ ਮਨੁੱਖ ਹੋਵੇ ਜਿਹਦੇ ਨੇਤਰ ਨਹੀਂ ਹੈਗੇ, ਉਹ ਕਹਿੰਦਾ ਮੈਨੂੰ ਰਸਤਾ ਵਿਖਾ ਦਿਓ, ਮੈਂ ਰਸਤੇ ਤੇ ਤੁਰਨਾ ਹੈ। ਅੱਗੋਂ ਇੱਕ ਬੰਦੇ ਨੇ ਬਾਹ ਫੜ ਲਈ, ਬਾਹ ਪਕੜ ਕੇ ਕਹਿਣ ਲੱਗਾ ਚੱਲ ਮੈਂ ਤੈਨੂੰ ਰਸਤਾ ਵਿਖਾ ਦਿਆਂ। ਬਾਹ ਫੜ ਕੇ ਤੁਰਿਆ ਜਾਵੇ, 10 20 50 ਕਦਮਾਂ ਤੇ ਗਏ ਤੇ ਖੂਹ 'ਚ ਡਿੱਗ ਪਏ। ਜਿਹੜਾ ਅੰਨਾ ਬੰਦਾ ਸੀ ਨਾ, ਉਹ ਕਹਿਣ ਲੱਗਾ ਭਾਈ ਪਿਆਰਿਆ, ਮੇਰੇ ਕੋਲ ਨੇਤਰ ਨਹੀਂ, ਮੇਰੇ ਕੋਲ ਦ੍ਰਿਸ਼ਟੀ ਨਹੀਂ, ਮੈਂ ਤੇ ਡਿੱਗਣਾ ਹੀ ਡਿੱਗਣਾ ਸੀ, ਤੂੰ ਕਿਵੇਂ ਜਾ ਪਿਆ? ਤੇ ਅਸਲੀਅਤ ਫਿਰ ਬਿਆਨ ਕੀਤੀ, ਕਹਿਣ ਲੱਗਾ ਹੈ ਤੇ ਮੈਂ ਵੀ ਅੰਨਾ, ਹੈ ਤੇ ਮੈਂ ਵੀ ਬਲਾਈਂਡ ਆ, ਪਰ ਫਰਕ ਇੰਨਾ ਕਿ ਮੈਂ ਥੋੜਾ ਜਿਹਾ ਚਾਤਰ ਹਾਂ ਤੇ ਤੂੰ ਭੋਲਾ ਹੈ। ਸੱਚ ਕਰਕੇ ਜਾਣਿਓ ਗੁਰਮਤ ਤੋਂ ਹੀਣੇ, ਗੁਰੂ ਤੇ ਭਰੋਸਾ ਨਾ ਕਰਨ ਵਾਲੇ, ਮਾਲਕ ਦੀ ਗੁਰਬਾਣੀ ਨੂੰ ਸੱਚ ਕਰਕੇ ਨਾ ਜਾਣਨ ਵਾਲੇ, ਤੇ ਆਪਣੀ ਅਕਲ ਤੇ ਆਪਣੀ ਬੁੱਧ ਦੀਆਂ ਚਤਰਾਈਆਂ ਕਰਨ ਵਾਲੇ ਸੈਂਕੜੇ ਐਸੇ ਮਨੁੱਖ ਨੇ ਜਿਹੜੇ ਕਹਿੰਦੇ ਨੇ ਭਾਈ ਤੂੰ ਭੋਲਾ ਹੈ, ਚਾਹੇ ਅੰਨਾ ਹੈ, ਆ ਤੈਨੂੰ ਮੈਂ ਆਪਣੇ ਪਿੱਛੇ ਲਾ ਕੇ ਅੱਗੇ ਤੱਕ ਪਹੁੰਚਾ ਦਿਆਂਗਾ। ਜਦੋਂ ਡਿੱਗ ਪੈਂਦੇ ਨੇ ਉਦੋਂ ਫਿਰ ਔਖਿਆਈ ਹੋ ਜਾਂਦੀ ਹੈ, ਨਾ ਇਸ ਪਾਸੇ ਦੇ ਰਹਿੰਦੇ ਨੇ ਨਾ ਉਸ ਪਾਸੇ ਦੇ ਰਹਿੰਦੇ ਨੇ। ਗੁਰਬਾਣੀ ਦਾ ਪਾਠ ਕਰੀਏ ਨਾ, ਤੇ ਸਤਿਗੁਰੂ ਮਹਾਰਾਜ ਨੇ ਬੜੀ ਵੱਡੀ ਕਿਰਪਾ ਕੀਤੀ। ਕਹਿਣ ਲੱਗੇ ਪਿਆਰਿਆ, ਅੱਖਾਂ ਦੀ ਜੋਤ ਨਹੀਂ ਹੈ। ਸੰਸਾਰਕ ਤੌਰ ਤੇ ਬਹੁਤ ਘੱਟ ਲੋਕ ਨੇ, ਆਤਮਿਕ ਤੌਰ ਤੇ ਅੰਧਿਆਂ ਦੀ ਗਿਣਤੀ ਬੇਅੰਤ ਹੈ, ਬੇਅੰਤ ਹੈ। ਆਤਮਿਕ ਤੌਰ ਤੇ ਇੰਨੀ ਕੁ ਦੁਨੀਆ ਤੁਰੀ ਫਿਰਦੀ ਹੈ ਅੰਨਿਆਂ ਦੀ ਗਿਣਤੀ ਵਿੱਚ, ਜਿਨ੍ਹਾਂ ਨੂੰ ਗੁਰਸ਼ਬਦ ਦੇ ਗਿਆਨ ਦੀ ਸੋਝੀ ਨਹੀਂ। ਪਰਮਾਤਮਾ ਰੱਬੀ ਬਾਣੀ ਨੂੰ ਸੱਚ ਕਰਕੇ ਮੰਨਣ ਤੋਂ ਇਨਕਾਰੀ ਮਨੁੱਖ ਜਿਹੜੇ ਨੇ, ਸੱਚ ਕਰਕੇ ਜਾਣਿਓ ਉਹ ਆਤਮਿਕ ਤੌਰ ਤੇ ਅੰਨੇ ਹਨ। ਤੇ ਗੁਰਬਾਣੀ ਨੇ ਕਹਿ ਦਿੱਤਾ ਕਿ ਉਹ ਆਪਣਾ ਆਪ ਲਿਖਾ ਦਿੰਦੇ ਨੇ। ਪਤਾ ਲੱਗ ਜਾਂਦਾ ਕਿ ਇਹਨਾਂ ਨੂੰ ਰਤਨ ਦੀ ਪਰਖ ਨਹੀਂ, ਇਹਨਾਂ ਨੂੰ ਗਿਆਨ ਨਹੀਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨਾ ਜਿਸ ਦਿਨ ਹਰਿਦੁਆਰ ਗਏ ਨੇ ਨਾ, ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਬਚਨ ਗੁਰਬਾਣੀ ਚ ਆਉਂਦਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਇੱਕ ਕੌਤਕ ਵਰਤਦਾ ਵੇਖਦੇ ਨੇ। ਕਲਯੁਗੀ ਨਾਮ ਦਾ ਪੰਡਾ ਅੱਖਾਂ ਬੰਦ ਕੀਤੀਆਂ ਨੇ, ਚੌਂਕੜਾ ਮਾਰਿਆ, ਸਾਹਮਣੇ ਕਰਮੰਡਲ ਰੱਖਿਆ ਹੋਇਆ, ਤੇ ਉਹਦੇ ਸ਼ਰਧਾਵਾਨ ਸ਼ਰਧਾਲੂ ਜਿਹੜੇ ਨੇ ਉਹਦੇ ਚ ਮਾਇਆ ਪਾ ਰਹੇ ਨੇ। ਉਸ ਸਮੇਂ ਜੋ ਕਰੰਸੀ ਚੱਲਦੀ ਸੀ,
ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਰਜਤਪਨ ਲਿਖਿਆ ਹੈ। ਬਾਕੀ ਕੀ ਨਾਮ ਸੀ ਉਦੋਂ ਦਾ ਵਾਹਿਗੁਰੂ ਜਾਣੇ। ਉਹ ਜੋ ਕਰੰਸੀ ਚੱਲਦੀ ਸੀ ਉਹਦੇ ਵਿੱਚ ਡਿੱਗਦੀ ਪਈ ਹੈ। ਅੱਖਾਂ ਬੰਦ ਕੀਤੀਆਂ ਨੇ, ਅੱਗੇ ਭੀੜ ਹੈ ਤੇ ਕਹਿ ਰਿਹਾ ਹੈ ਮੈਨੂੰ ਇਸ ਵੇਲੇ ਤਰਲੋਕੀ ਦੇ ਦਰਸ਼ਨ ਹੋ ਰਹੇ ਨੇ। ਗਿਆਨ ਜਿਹੜਾ ਲੁੱਟਣ ਵਾਸਤੇ ਵਰਤਿਆ ਜਾਵੇ ਉਹ ਗਲਤ ਹੈ। ਜਿਸ ਗਿਆਨ ਦੀ ਬਦੌਲਤ ਦੁਨੀਆ ਦਾ ਭਲਾ ਹੋ ਜਾਏ ਉਹ ਗਿਆਨ ਨਰੋਆ ਤੇ ਚੰਗਾ ਹੈ। ਪਰ ਜਿਸ ਗਿਆਨ ਦੇ ਨਾਲ ਦੁਨੀਆ ਨੂੰ ਲੁੱਟ ਲਿਆ ਜਾਵੇ, ਗੁੰਮਰਾਹ ਕਰ ਦਿੱਤਾ ਜਾਵੇ, ਉਹ ਪਾਪ ਹੈ, ਅਪਰਾਧ ਹੈ। ਮੈਨੂੰ ਇਸ ਵੇਲੇ ਕਹਿਣ ਲੱਗਾ ਵਿਸ਼ਨਪੁਰੀ ਦੇ ਦਰਸ਼ਨ ਹੋ ਰਹੇ ਨੇ, ਜਿੰਨੇ ਮੰਗਣਾ ਹੈ ਮੰਗ ਲਓ, ਜੋ ਚਾਹੀਦਾ ਹੈ ਲੈ ਲਓ। ਇਸ ਵੇਲੇ ਮੈਨੂੰ ਸ਼ਿਵਪੁਰੀ ਦੇ, ਬ੍ਰਹਮਪੁਰੀ ਦੇ, ਤਿੰਨਾਂ ਲੋਕਾਂ ਦੇ ਦਰਸ਼ਨ ਹੋ ਰਹੇ ਨੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਪਹੁੰਚ ਕੇ ਬਾਬਾ ਮਰਦਾਨਾ ਜੀ ਨੂੰ ਕਹਿਣ ਲੱਗੇ, ਮਰਦਾਨਿਆ ਇਹ ਬਾਬੇ ਦਾ ਸੰਨਿਆਸੀ ਦਾ ਕਰਮੰਡਲ ਚੱਕ ਕੇ ਤੇ ਪਿਛਲੀਆਂ ਝਾੜੀਆਂ 'ਚ ਰੱਖ ਦੇ। ਹੁਣ ਜਦੋਂ ਝਾੜੀਆਂ 'ਚ ਰੱਖ ਦਿੱਤਾ, ਉਹ ਜਿਹੜੇ ਪੈਸਾ ਡਿੱਗ ਕੇ ਜਿਹੜੀ ਟੁਣਕਾਰ ਦੀ ਆਵਾਜ਼ ਸੀ ਨਾ, ਟਣਕ ਪੈਂਦੀ ਸੀ ਜਿਹੜੀ, ਉਹ ਆਉਣੀ ਬੰਦ ਹੋ ਗਈ। ਕਿਉਂਕਿ ਜਦੋਂ ਕਰਮੰਡਲ 'ਚ ਟਨ ਕਰਕੇ ਪੈਸਾ ਡਿੱਗਦਾ ਸੀ ਤੇ ਗੱਲ ਆਉਂਦੀ ਸੀ। ਉਹ ਜਦੋਂ ਵੇਖਿਆ ਕਿ ਇਹ ਸਿਲਸਿਲਾ ਬੰਦ ਹੋ ਗਿਆ, ਅੱਖਾਂ ਖੋਲੀਆਂ ਤੇ ਕਹਿਣ ਲੱਗਾ ਮੇਰਾ ਕਰਮੰਡਲ ਕਿੱਥੇ ਹੈ? ਨਾਨਕ ਅੰਧਾ ਹੋਏ ਕਹਿ ਰਤਨਾ ਪਰਖਣ ਜਾਏ। ਗੱਲ ਕਰ ਰਿਹਾ ਸੀ ਵਿਸ਼ਨਪੁਰੀ ਦੀ, ਬ੍ਰਹਮਪੁਰੀ ਦੀ ਉੱਚੀਆਂ ਗੱਲਾਂ ਗੱਲ ਕਰ ਰਿਹਾ ਸੀ, ਬਹੁਤ ਉੱਚੀਆਂ ਆਤਮਿਕ ਬਾਤਾਂ। ਪਰ ਜਦੋਂ ਪੈਸਾ ਡਿੱਗਣਾ ਬੰਦ ਹੋ ਗਿਆ, ਉਹ ਸਿੱਕੇ ਡਿੱਗਣੇ ਬੰਦ ਹੋ ਗਏ, ਆਵਾਜ਼ ਆਉਣੀ ਬੰਦ ਹੋ ਗਈ, ਉਸੇ ਵੇਲੇ ਸੁਰਤ ਥੱਲੇ ਆ ਗਈ। ਤੇ ਭਲਾ ਕੀ ਕਹਿਣ ਲੱਗਾ, सन्यासियों के साथ मशकरी करनी जड़ी गलत है। जिसने भी ये उठाया है वो करमंडल इधर रख दो, नहीं तो भस्म कर देंगे। गुरु साहब वेखी जा रहे ने, श्रद्धालु भी वेखी जा रहे ने, श्रद्धावान जिन्हां दी ओहदे ते श्रद्धा सी हुण वेखदे पए ने। तकरीबनवाज पातशाह महाराज ओहदा पाज उघाड़न वास्ते कहन लगे, भाई साधु महाराज अजे हुणे ते तुहानू तिन्हां लोकां दे दर्शन हो रहे सन, जे तुहाडे मुताबक जाइए ते चौथा ते कोई लोक ही नहीं बनदा। तुसीं कहंदे मैनू ब्रह्मपुरी दे दर्शन हुंदे ने, तुसीं कहंदे हो मैनू शिवपुरी दे, विष्णुपुरी दे दर्शन हो रहे ने। तुहाडे मुताबक ते चौथा लोक ही कोई नहीं। ते तुसीं झात मार के वेखो, तिन्हां लोकां च किते ना किते तो तुहाडा करमंडल पिया ही होना। झाती ते मारो। हुण जदों नहीं वसों बाहर गल रही, गरीबनवाज महाराज कहन लगे, मरदानिया जा बाबा जी दा करमंडल चुक के ते अगे धर दे। लिया के अगे रखिया। साहब कहन लगे, झाड़ियां च पया होया करमंडल नहीं इहनूं दिसदा। ते अपने श्रद्धावान श्रद्धालुआं नूं तिन्हां लोकां दी यात्रा कराउण नूं बैठा है। सतगुरु पातशाह महाराज कहंदे, इंज ना कर ओए, तेरे वल वेख के लोकां दी श्रद्धा बनदी है। तू कोई चंगा करेगा, भला करेगा, किसी मालक नाल जोड़ देगा, जीवन सच्चा बनाउण दा कोई नियम दस देगा, जीवन विच टिकाओ लियाउण दा कोई मंत्र दस देगा, कोई ज्ञान दी बात दस देगा, जिहदे नाल लोक सुखीए ते परलोक सुहेले हो जाणगे। पर सच करके जानी तू ठगण दी खेड वरताई है। महाराज बाणी च उचारण करदे ने, कहंदे काल नाही, जोग नाही, नाही सत का ढब। ढब दा अर्थ है तरीका। सच्चाई नेड़े, निरंकार दे नेड़े आउण दा कोई तरीका नहीं है। काल नाही, जोग नाही, ना ते मिलाप होया ना कोई इनू समय दा ज्ञान है। काल नाही, जोग नाही, ना ही सत का ढब। थनस्त जग भ्रिष्ट होए, डूबता इव जग। गरीबनवाज कहंदे ने, कल में राम नाम सार, अखी ता मीटै नाक पकड़े, ठगण को संसार। जे कोई मनुख ये कह दे कि मैं हत्थां ते सरों जमा देना है, ओनू कहना पेगा तू किसान नू पुछ, सरों जिहड़ी है खेतां च जमदी है, हत्थां ते मैं सरों जमा देना है। नहीं, सच करके जाणियो, सरों खेत विच जमदी है। साध संगत जी, सरों तो तेल बनदा है, खल बनदी है, पशुआं दे काम भी आउंदी है, ओदा चारा वड्ढिया जांदा है, पशु खांदे ने। गुरमुखो, ओदा तेल निकलदा है, मनुख वरतदा है, घर रसोई च वरतदा है। ये सानू किसान दसेगा,
ਇਹ ਉਹ ਮਨੁੱਖ ਦੱਸੇਗਾ ਜਿਹੜਾ ਸਰੋਂ ਨੂੰ ਜਾਣਦਾ ਹੈ। ਤੇ ਜਿਹੜਾ ਮਨੁੱਖ ਕੇਵਲ ਫੜਾਈ ਮਾਰੀ ਜਾਵੇ, ਆਪਾਂ ਕਹਾਂਗੇ ਤੇਰੀ ਹਾਲਤ ਉਹਦੇ ਵਰਗੀ ਹੈ ਜਿਹਦੇ ਬਾਰੇ ਗੁਰਬਾਣੀ ਕਹਿੰਦੀ ਹੈ, ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ। हे ਨਾਨਕ, ਅੰਨਾ ਮਨੁੱਖ ਹੈ, ਰਤਨਾਂ ਦੀ ਪਰਖ ਕਰਦਾ ਪਿਆ ਹੈ। ਅੰਤਰੀ ਭਾਵ ਕੀ ਹੈ ਕਿ ਅੰਦਰ ਦੇ ਨੇਤਰ ਬੰਦ ਨੇ, ਗਿਆਨ ਕੋਈ ਨਹੀਂ, ਗੱਲਾਂ ਅਗੰਮੀ ਕਰਦਾ ਪਿਆ ਹੈ। ਫਿਰ ਕੀ ਹੈ? ਰਤਨਾ ਸਾਰ ਨਾ ਜਾਣਈ। ਰਤਨਾ ਦੀ ਤੇ ਸਾਰ ਨਹੀਂ, ਰਤਨਾ ਦਾ ਤੇ ਗਿਆਨ ਨਹੀਂ, ਸਮਝ ਨਹੀਂ। ਆਵੇ ਆਪ ਲਖਾਏ, ਤੇ ਆਪਣੇ ਆਪ ਨੂੰ ਲਿਖਾ ਕੇ ਪ੍ਰਗਟ ਕਰਕੇ ਦੱਸ ਦਿੱਤਾ ਕਿ ਮੈਂ ਅੰਨਾ ਵਾਂ ਭਾਈ। ਤੇ ਉਹਦਾ ਫਾਇਦਾ ਕਿਹਨੂੰ ਹੋਇਆ? ਕਿਸੇ ਨੂੰ ਵੀ ਕੋਈ ਫਾਇਦਾ ਨਾ ਹੋਇਆ। ਸਾਹਿਬ ਹੁਣ ਬਖਸ਼ਿਸ਼ ਕਰ ਰਹੇ ਨੇ। ਇਹ ਸ਼ਬਦ ਦੇ ਵਿੱਚ ਰੱਬੀ ਗੁਣਾਂ ਨੂੰ ਰਤਨ ਕਿਹਾ ਗਿਆ ਹੈ। ਤੇ ਜਿਹੜਾ ਅੰਨਾ ਮਨੁੱਖ ਹੈ, ਉਹ ਮਨੁੱਖ ਕਹਿ ਲੋ, ਕੱਚਾ ਗੁਰੂ ਕਹਿ ਲੋ, ਕੱਚਾ ਆਗੂ ਕਹਿ ਲੋ, ਜਿਹੜਾ ਦਾਵਾ ਤੇ ਕਰਦਾ ਹੈ ਤੁਹਾਡਾ ਮੈਂ ਭਲਾ ਕਰ ਦਿਆਂ, ਪਰ ਕਰਨ ਜੋਗਾ ਨਹੀਂ ਹੈ। ਜਿਹੜਾ ਦਾਵਾ ਤੇ ਕਰਦਾ ਹੈ ਤੁਹਾਨੂੰ ਪਾਰ ਲਗਾ ਦਿਆਂਗਾ, ਪਰ ਆਪ ਵਿੱਚ ਡੁੱਬਦਾ ਫਿਰਦਾ ਹੈ। ਜਿਹੜਾ ਆਪ ਡੁਬਕੀਆਂ ਮਾਰਦਾ ਫਿਰਦਾ, ਆਪ ਮਝਧਾਰ ਵਿੱਚ ਫਸਿਆ ਹੈ, ਕਹਿੰਦਾ ਤੁਹਾਨੂੰ ਪਾਰ ਲਗਾ ਦਿਆਂਗਾ। ਸਾਹਿਬ ਗਰੀਬ ਨਵਾਜ ਬਖਸ਼ਿਸ਼ ਕਰਦੇ ਪਏ ਨੇ। ਬਚਨ ਫੇਰ ਸਾਂਝਾ ਕਰਾਂ। ਰਤਨ ਨੇ ਦੇਵੀ ਗੁਣ, ਰੱਬੀ ਗੁਣ, ਨਿਰੰਕਾਰ ਜੀ ਦੇ ਪਵਿੱਤਰ ਪਾਵਨ ਗੁਰਬਾਣੀ ਚ ਦੱਸੇ ਹੋਏ ਗੁਣ। ਤੇ ਅੰਧਾ ਕੌਣ ਹੈ? ਉਹ ਆਗੂ ਜਿਹੜਾ ਆਤਮਿਕ ਤੌਰ ਤੇ ਰੱਬੀ ਜੋਤ ਤੋਂ ਹੀਣਾ ਹੈ। ਮਹਿਲਾ ਦੂਜਾ, ਰਤਨਾ ਕੇਰੀ ਗੁਥਲੀ, ਰਤਨੀ ਖੋਲੀ ਆਏ। ਵਖਰ ਤੈ ਬਣ ਜਾ ਰਿਹਾ, ਦੂਹਾ ਰਹੀ ਸਮਾਏ। ਕਹਿੰਦੇ ਰਤਨਾ ਦੀ ਜਿਹੜੀ ਕੇਰੀ ਦਾ ਅਰਥ ਹੈ ਦੀ, ਰੱਬੀ ਗੁਣਾਂ ਦੀ ਜਿਹੜੀ ਗੁਥਲੀ ਹੈ ਨਾ, ਉਹ ਰਤਨੀ ਨੇ ਖੋਲ ਦਿੱਤੀ ਹੈ। ਰਤਨੀ ਕੌਣ ਹੈ? ਸੱਚਾ ਸਤਿਗੁਰੂ, ਜਿਹੜਾ ਉਸ ਗੁਥਲੀ ਦਾ ਮਾਲਕ ਹੈ, ਜਿਹਨੂੰ ਪਤਾ ਹੈ ਕਿ ਰੱਬੀ ਗੁਣਾਂ ਨੂੰ ਖੋਲਣਾ ਕਿਵੇਂ ਹੈ, ਵੰਡਣਾ ਕਿਵੇਂ ਹੈ। ਵੇਖੋ ਨਾ, ਇੱਕ ਬੇਨਤੀ ਕਰੀਏ, ਜੇ ਕੇਵਲ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਹੀ ਵਾਚ ਲਈਏ ਤੇ ਘਰ 'ਚ ਕੋਈ ਕਮੀ ਥੋੜਾ ਹੈ। ਪਿਤਾ ਪਟਵਾਰੀ ਹੈ, ਜ਼ਮੀਨ ਦੇ ਮਾਲਕ ਨੇ, ਮਾਇਆ ਦੀ ਕੋਈ ਕਮੀ ਨਹੀਂ ਹੈ। ਰਾਜੇ ਮਹਾਰਾਜੇ ਮੰਨਦੇ ਨੇ ਮਹਿਤਾ ਕਲਿਆਣ ਦਾਸ ਜੀ ਨੂੰ, ਪਰ ਰਤਨਾਂ ਨੂੰ ਵੰਡਣ ਵਾਸਤੇ, ਘਰੋਂ ਬਾਹਰ ਨਿਕਲ ਕੇ ਸੰਸਾਰ ਦਾ ਭਲਾ ਕਰਨ ਵਾਸਤੇ। ਔਰ ਹੈਰਾਨਗੀ ਦੀ ਗੱਲ ਹੈ, ਮੇਰੇ ਸਤਿਗੁਰੂ ਨੇ ਜਿੱਥੇ ਵੀ ਗਾਹਕ ਮਿਲਿਆ ਉੱਥੇ ਵੰਡਿਆ। ਔਰ ਕੇਵਲ ਮੂੰਹੋਂ ਹੀ ਨਹੀਂ ਕਿਹਾ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਵੰਡ ਵੀ ਦਿੱਤਾ, ਗਿਆਨ ਵੀ ਵੰਡਿਆ, ਸ਼ਬਦ ਵੀ ਵੰਡਿਆ, ਤੇ ਲੰਗਰ ਵੀ ਵੰਡਿਆ। ਮਾਰੇ ਕਹਿੰਦੇ ਗੁਰੂ ਜਿਹੜਾ ਰਤਨੀ ਹੈ ਨਾ, ਉਹਨੇ ਰਤਨਾਂ ਦੀ ਗੁਥਲੀ ਖੋਲੀ ਹੈ। ਰਤਨਾ ਕੇਰੀ ਗੁਥਲੀ, ਗੁਥਲੀ। ਹੁਣ ਗੁਰੂ ਦੇ ਸ਼ਬਦ ਨੂੰ ਇਸ ਕਰਕੇ ਸਮਝ ਲਓ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੀਏ ਨਾ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਥੇ ਕੀ ਕਿਹਾ? ਇੱਥੇ ਬਚਨ ਕੀਤਾ, ਕਹਿੰਦੇ ਰਤਨਾਂ ਦੀ ਗੁਥਲੀ ਰਤਨੀ ਨੇ ਖੋਲੀ ਹੈ, ਸਤਿਗੁਰੂ ਨੇ ਖੋਲੀ ਹੈ। ਉਹਨੂੰ ਵੱਲ ਹੈ, ਉਹਨੂੰ ਤਰੀਕਾ ਹੈ, ਉਹਨੂੰ ਢੰਗ ਹੈ। ਗੁਰੂ ਕੋਲ ਇੰਨੀ ਬਖਸ਼ਿਸ਼ ਹੈ ਕਿ ਉਹ ਨਿਗੁਣਿਆਂ ਵਿੱਚ ਗੁਣ ਭਰ ਦਿੰਦਾ ਹੈ। ਆਪ ਜੀ ਜਦੋਂ ਬਾਣੀ ਨਿਤਨੇਮ ਅੰਮ੍ਰਿਤ ਵੇਲੇ ਕਰਦੇ ਹੋ ਨਾ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਕਹਿੰਦੇ ਗੁਰੂ ਦੀ ਇੱਕ ਸਿੱਖਿਆ ਦੀ ਬਖਸ਼ਿਸ਼ ਹੁੰਦੀ ਹੈ। ਜਦੋਂ ਸੁਣ ਲੈਂਦਾ ਹੈ ਨਾ ਕੋਈ, ਉਹ ਸੁਣਨ ਦੇ ਨਾਲ ਮਤ ਵਿੱਚ ਦੇਵੀ ਗੁਣਾ ਰੂਪੀ ਰਤਨ ਤੇ ਜਵਾਹਰ ਤੇ ਮਾਣਕ ਆ ਜਾਂਦੇ ਨੇ। ਮਨੁੱਖ ਆਪਣਾ ਵੀ ਭਲਾ ਕਰ ਦਿੰਦਾ ਤੇ ਦੂਜਿਆਂ ਦਾ ਵੀ ਭਲਾ ਕਰ ਦਿੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਰਤਨੀ ਹੈ, ਮਾਲਕ ਹੈ ਉਸ ਗੁਥਲੀ ਦਾ, ਉਹਨੂੰ ਖੋਲਣਾ ਆਉਂਦਾ ਹੈ। ਜਿਵੇਂ ਆਪਾਂ ਬਚਨ ਕਰਦੇ ਆ ਨਾ ਕਿ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਮੈਂ ਬੇਨਤੀ ਇਹ ਕਰਦਾ ਆਪ ਜੀ ਦੇ ਚਰਨਾਂ ਦੇ ਵਿੱਚ, ਜਦੋਂ ਕੁੰਜੀ ਗੁਰੂ ਦੇ ਹੱਥ ਵਿੱਚ ਹੈ, ਇਹਦਾ ਮਤਲਬ ਉਸ ਦਰਵਾਜ਼ੇ ਨੂੰ, ਮਨ ਰੂਪੀ ਦਰਵਾਜ਼ੇ ਨੂੰ ਖੋਲਣ ਦੀ ਤਾਕਤ ਵੀ ਗੁਰੂ ਰੱਖਦਾ।
ਜੇ ਗੁਥਲੀ ਜਿਹੜੀ ਹੈ ਗੁਰੂ ਦੇ ਹੱਥ ਵਿੱਚ ਹੈ ਤੇ ਗੁਥਲੀ ਨੂੰ ਖੋਲ ਕੇ ਉਹਦੇ ਗੁਣਾਂ ਨੂੰ ਵੰਡਣ ਦੀ ਸਮਰੱਥਾ, ਸਮਝ ਤੇ ਬਖਸ਼ਿਸ਼ ਗੁਰੂ ਦੇ ਕੋਲ ਹੈ। ਉਹ ਸੱਚੇ ਸਤਿਗੁਰੂ ਦੇ ਕੋਲ ਹੈ, ਝੂਠੇ ਸਤਿਗੁਰੂ ਦੇ ਕੋਲ ਨਹੀਂ। ਆਪਣੇ ਨਾਮ ਨਾਲ ਸਤਿਗੁਰੂ ਲਗਾ ਲਿਆ, ਗੱਲ ਵੱਖਰੀ ਹੈ। ਆਪਣੇ ਨਾਮ ਨਾਲ ਸੰਤ ਸਾਧੂ ਲਗਾ ਲਿਆ, ਗੱਲ ਵੱਖਰੀ ਹੈ। ਕੋਈ ਵੀ ਲਗਾ ਸਕਦਾ ਹੈ, ਆਪਣੀ ਮਰਜ਼ੀ ਹੈ ਉਹਦੀ। ਪਰ ਜਦੋਂ ਸੱਚੇ ਗੁਰੂ ਦੀ ਗੱਲ ਆਏਗੀ, ਸੱਚੇ ਸਤਿਗੁਰੂ ਦੀ ਗੱਲ ਆਏਗੀ, ਤੇ ਬਾਬਾ ਜੀ ਕਹਿੰਦੇ ਨੇ ਸ਼ਬਦ ਜੋ ਬਾਹਿਆ ਏਕ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਉਹਨੂੰ 2 4 5 10 20 ਨਹੀਂ ਚਲਾਉਣ ਦੀ ਲੋੜ ਪੈਂਦੀ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ। ਉਹਦੇ ਮੁਖ ਦਾ ਸ਼ਬਦ ਜਿਹੜਾ ਹੈ, ਬੰਦਾ ਤਿਆਰ ਹੋਵੇ ਸਹੀ ਚੋਟ ਖਾਣ ਨੂੰ, ਬੰਦਾ ਤਿਆਰ ਹੋਵੇ ਸੀ ਵੀ ਸਤਿਗੁਰੂ ਮੈਂ ਤਿਆਰ ਹਾਂ। ਮੈਂ ਬਹੁਤ ਆਪਣੇ ਘੋੜੇ ਭਜਾ ਕੇ ਵੇਖ ਲਏ ਨੇ, ਬਹੁਤ ਮੈਂ ਆਪਣੀ ਮੱਤ ਵਰਤ ਕੇ ਵੇਖ ਲਈਏ, ਬਹੁਤ ਮੈਂ ਆਪਣਾ ਆਪ ਪ੍ਰਗਟ ਕਰਕੇ ਵੇਖ ਲਿਆ, ਪਰ ਸਤਿਗੁਰੂ ਹੁਣ ਮੈਂ ਤੇਰੇ ਅੱਗੇ ਪੱਲਾ ਪਾ ਕੇ ਕਹਿਣਾ ਵਾ ਕਿ ਮੇਲ ਲਹਿਓ ਦਿਆਲ ਢਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ ਭ੍ਰਮਤ ਬਹੁ ਹਾਰਿਆ। ਤੇ ਗੁਰੂ ਫਿਰ ਕਿਰਪਾ ਕਰਦਾ, ਫਿਰ ਆ ਜੇ ਇੱਥੇ ਆ ਗਿਆ ਹੈ ਨਾ, ਜੇ ਮੰਨ ਚੁੱਕਿਆ ਹੈ ਕਿ ਮਹਾਰਾਜ ਮੈਂ ਗੁਣਾ ਤੋਂ ਹੀਣਾ ਆ, ਮਹਾਰਾਜ ਮੇਰੇ ਚ ਗੁਣ ਕੋਈ ਨਹੀਂ, ਸਭ ਅਵਗੁਣ ਮੈਂ ਗੁਣ ਨਹੀਂ ਕੋਏ। ਮਹਾਰਾਜ ਸੱਚੇ ਪਾਤਸ਼ਾਹ ਕਿੰਨੀ ਕੁ ਗਿਣਤੀ ਕਰਾਂ, ਕਿੰਨੀ ਕੁ ਗਿਣਤੀ ਕਰਾਂ ਮੈਂ ਆਪਣੀ, ਮੇਰੇ ਚ ਕੋਈ ਗੁਣ ਨਹੀਂ। ਮਨ ਤੇ ਸਹੀ ਗੁਰੂ ਅੱਗੇ ਆ ਕੇ, ਮਨ ਤੇ ਸਹੀ। ਨਾ ਗੁਰੂ ਤੈਨੂੰ ਆਤਮਿਕ ਤੌਰ ਤੇ ਅਮੀਰ ਕਰਦਾ ਹੈ ਤਾਂ ਗੱਲ ਕਰੀ। ਇੱਕ ਵਾਰ ਮਨ ਤੇ ਸਹੀ ਗੁਰੂ ਕੋਲੇ ਆ ਕੇ, ਸਤਿਗੁਰੂ ਪਾਤਸ਼ਾਹ ਮੇਰਾ ਮਨ ਕਹਿੰਦਾ ਹੈ ਤੂੰ ਰਤਨਾਂ ਨਾਲ ਭਰਿਆ ਹੋਇਆ ਸਾਗਰ ਹੈ, ਮੇਰਾ ਮਨ ਕਹਿੰਦਾ ਹੈ ਤੂੰ ਦੇਵੀ ਗੁਣਾਂ ਦਾ ਭੰਡਾਰਾ ਹੈ, ਮੇਰਾ ਮਨ ਕਹਿੰਦਾ ਹੈ ਤੂੰ ਸਮਰੱਥ ਸਤਿਗੁਰੂ ਹੈ, ਮੈਂ ਗੁਣਾਂ ਤੋਂ ਹੀਣਾ ਹਾਂ, ਮੇਰੇ ਤੇ ਕਿਰਪਾ ਕਰ। ਸਾਹਿਬ ਕਹਿੰਦੇ ਫਿਰ ਇਹਦਾ ਮਤਲਬ ਹੁਣ ਤੂੰ ਗਾਹਕ ਬਣ ਗਿਆ ਹੈ, ਤੂੰ ਗਾਹਕ ਬਣ ਗਿਆ ਹੈ, ਦੇਵੀ ਗੁਣਾਂ ਨੂੰ ਵਿਹਾਜਣ ਵਾਲਾ ਗਾਹਕ ਬਣ ਗਿਆ ਹੈ। ਮਾਰੇ ਕਹਿੰਦੇ ਫਿਰ ਆ ਤੈਨੂੰ ਵਿਖਾਵਾਂ। ਫਿਰ ਸਤਿਗੁਰੂ ਪਾਤਸ਼ਾਹ ਉਹ ਗੁਥਲੀ ਦੀ ਗੰਢ ਖੋਲਦੇ ਨੇ, ਉਹ ਗੁਥਲੀ ਦੀ ਗੰਢ ਖੋਲ ਕੇ ਫਿਰ ਇਹ ਨਹੀਂ ਵੇਖਦੇ ਕਿ ਮੇਰੇ ਸਾਹਮਣੇ ਉਹ ਬੈਠਾ ਹੈ ਜਿਹੜਾ ਬੰਦੇ ਮਾਰ ਮਾਰ ਕੇ ਖਾਈ ਜਾਂਦਾ ਸੀ, ਇਹਦੀ ਬੁੱਧੀ ਰਾਖਸ਼ਾਂ ਵਾਲੀ ਹੋ ਗਈ ਸੀ। ਜਦੋਂ ਗਾਹਕ ਬਣ ਜਾਂਦਾ ਹੈ ਨਾ ਕੋਈ ਗੁਰੂ ਦਾ, ਉਦੋਂ ਫਿਰ ਗੁਰੂ ਇਹ ਨਹੀਂ ਵੇਖਦਾ ਇਹ ਉਹ ਹੈ ਜਿਹਦਾ ਨਾਮ ਨਾਲ ਲੋਕਾਂ ਨੇ ਠੱਗ ਜੋੜ ਛੜਿਆ ਸੀ। ਜਦੋਂ ਗਾਹਕ ਕੋਈ ਬਣ ਜਾਂਦਾ ਹੈ, ਉਦੋਂ ਗੁਰੂ ਇਹ ਨਹੀਂ ਵੇਖਦਾ ਇਹ ਤੇ ਹੰਕਾਰੀ ਏਡਾ ਵੱਡਾ, ਇਹਨੇ ਤੋਂ ਪੱਥਰ ਮੇਰੇ ਤੇ ਸੱਟ ਦਿੱਤਾ ਸੀ। ਗਾਹਕ ਬਣ ਗਿਆ। ਗੁਰੂ ਨੇ ਗੁਥਲੀ ਖੋਲ ਕੇ ਉਹਦੇ ਅੱਗੇ ਰੱਖ ਦਿੱਤੀ। ਹਾਂ ਦੱਸ ਹੁਣ ਤੈਨੂੰ ਕੀ ਚਾਹੀਦਾ। ਸੱਚੇ ਪਾਤਸ਼ਾਹ ਕਹਿਣ ਲੱਗੇ ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ। ਰਤਨਾ ਦੀ ਗੁਥਲੀ ਰਤਨੀ ਸਤਿਗੁਰੂ, ਜਿਹੜਾ ਸੱਚਾ ਸਤਿਗੁਰੂ ਉਹ ਹੀ ਖੋਲ ਸਕਦਾ ਹੈ, ਉਹਨੇ ਖੋਲ ਦਿੱਤੀ। ਤੇ ਫਿਰ ਕੀ ਹੋਇਆ? ਵਖਰ ਤੈ ਬਣ ਜਾ ਰਿਹਾ। ਵਖਰ ਕੌਣ? ਜਿਹੜਾ ਦੇਣ ਵਾਲਾ ਹੈ, ਵੇਚਣ ਵਾਲਾ ਹੈ। ਵਣਜਾਰਿਆ ਜਿਹੜਾ ਲੈਣ ਵਾਲਾ ਹੈ, ਵਿਹਾਜਣ ਵਾਲਾ ਹੈ। ਦੋਵਾਂ ਦਾ ਸੁਖ ਬਣ ਗਿਆ। ਵੇਚਣ ਵਾਲੇ ਦਾ, ਦੇਣ ਵਾਲੇ ਦਾ ਵੀ ਸੁਖ ਬਣ ਗਿਆ। ਉਹਨੂੰ ਪਤਾ ਹੈ ਕਿ ਮੇਰਾ ਗੁਣ ਖਰਾਬ ਨਹੀਂ ਹੋਏਗਾ। ਆਪਾਂ ਕਿਸੇ ਨੂੰ ਨੇਕ ਸਲਾਹ ਦਈਏ ਨਾ, ਉਹ ਸਲਾਹ ਜ਼ਿੰਦਗੀ 'ਚ ਭਲਾ ਕਰ ਜਾਏ, ਤੇ ਮਨੁੱਖ ਜਿਹੜਾ ਹੈ ਨਾ, ਉਸ ਮਨੁੱਖ ਨੂੰ ਜ਼ਿੰਦਗੀ ਭਰ ਨਹੀਂ ਭੁੱਲਦਾ ਕਿ ਫਲਾਣੇ ਮਨੁੱਖ ਨੇ ਮੈਨੂੰ ਸਲਾਹ ਦਿੱਤੀ ਸੀ, ਉਹਦੀ ਸਲਾਹ ਇੰਨੀ ਕੀਮਤੀ ਸੀ, ਮੇਰਾ ਜੀਵਨ ਬਦਲ ਕੇ ਰੱਖ ਦਿੱਤਾ। ਵਪਾਰ ਡੁੱਬਦਾ ਜਾਂਦਾ ਹੋਵੇ, ਬਿਜ਼ਨਸ ਡੁੱਬਦਾ ਜਾਂਦਾ ਹੋਵੇ, ਕੋਈ ਸਿੰਪਥੀ ਦੇਣ ਵਾਲਾ, ਕੋਈ ਪਿਆਰ ਕਰਨ ਵਾਲਾ, ਕੋਈ ਹਮਦਰਦੀ ਦੇਣ ਵਾਲਾ ਕਹਦੇ ਵੀਰ ਜੀ ਤੁਸੀਂ ਇੰਜ ਕਰ ਲਓ, ਐਦਾਂ ਕਰ ਲਓ, ਉਹਦੀ ਗੱਲ ਮੰਨ ਕੇ ਜੇ ਵਰਤ ਲਏ ਉਸ ਗੱਲਬਾਤ ਨੂੰ, ਤੇ ਜਦੋਂ ਕਾਰੋਬਾਰ ਸੈੱਟ ਹੋ ਜਾਏ ਤੇ ਬੰਦਾ ਉਸ ਮਨੁੱਖ ਨੂੰ ਜ਼ਰੂਰ ਯਾਦ ਕਰਦਾ ਹੈ ਜਿਨੇ ਭਲੇ ਦੀ ਸਲਾਹ ਦਿੱਤੀ ਹੋਵੇ। ਤੇ ਗੁਰਮਖੋ, ਜੇ ਸੰਸਾਰਕ ਤੌਰ ਤੇ ਕੋਈ ਸਲਾਹ ਦੇ ਕੇ ਸੰਸਾਰ ਵਿੱਚ ਸਾਨੂੰ ਉੱਚਾ ਕਰਦਾ ਹੈ, ਤੇ ਗੁਰੂ ਜਿਹੜਾ ਉਹ ਤੇ ਦਰਗਾਹ ਕਾ ਬਸੀਤ ਹੈ। ਗੁਰੂ ਜਿਹੜਾ ਹੈ ਉਹ ਤੇ ਦਰਗਾਹ ਵਿੱਚ ਬਾਹ ਫੜਨ ਵਾਲਾ, ਨਿਰੰਕਾਰ ਦੇ ਘਰ। ਜਿਵੇਂ ਸਤਿਗੁਰੂ ਪਾਤਸ਼ਾਹ ਕਹਿੰਦੇ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਉਹ ਦੇਵੀ ਗੁਣ ਹੀ ਤੇਰੇ ਵੱਡੇ ਸੱਜਣ ਨੇ, ਉਹੀ ਰਤਨ ਨੇ, ਉਹੀ ਰਤਨਾ ਰਤਨ ਪਦਾਰਥ ਤੋਂ ਦਾਤੇ ਤੋਂ ਮਿਲੀਆਂ ਹੋਈਆਂ ਦਾਤਾਂ ਨੇ।
ਸਤਿਗੁਰੂ ਮਹਾਰਾਜ ਕਹਿੰਦੇ ਫਿਰ ਦੋਵਾਂ ਦਾ ਭਲਾ। ਗੁਣ ਦੇਣ ਵਾਲਾ ਕਹਿੰਦਾ ਮੇਰਾ ਗੁਣ ਜ਼ੀਰੋ ਨਹੀਂ ਹੋਵੇਗਾ, ਤੇ ਵਣਜਾਰਾ ਕਹਿ ਰਿਹਾ ਜਿਹਨੇ ਗੁਣ ਲਏ ਨੇ ਨਾ ਆਤਮਿਕ ਤੌਰ ਤੇ, ਉਹ ਕਹਿੰਦਾ ਇਹਨਾਂ ਗੁਣਾਂ ਨਾਲ ਮੇਰਾ ਭਲਾ ਹੋਣਾ ਹੈ। ਫਿਰ ਬਚਨ ਸਾਂਝਾ ਕਰਾਂ ਆਪ ਜੀ ਦੇ ਨਾਲ। ਮਹਾਰਾਜ ਕਹਿ ਰਹੇ ਨੇ ਰਤਨਾ ਕੇਰੀ ਗੁਥਲੀ, ਦੇਵੀ ਗੁਣਾਂ ਦੀ ਜਿਹੜੀ ਗੁਥਲੀ ਹੈ, ਸ਼ਬਦ ਰੂਪੀ ਗੁਥਲੀ, ਸ਼ਬਦ ਰੂਪੀ ਦੇਵੀ ਗੁਣ ਜਿਹੜੇ ਨੇ, ਗੁਰੂ ਦਾ ਭੰਡਾਰਾ ਜਿਹੜਾ ਰਤਨੀ ਖੋਲੀ ਆ, ਗੁਰੂ ਰਤਨੀ ਨੇ ਖੋਲੀ ਹੈ। ਤੇ ਸਾਹਿਬ ਕਹਿਣ ਲੱਗੇ ਵੱਖਰ ਤੈ ਵਣਜਾਰਿਆ, ਵੇਚਣ ਵਾਲਾ ਜਿਹੜਾ ਵੱਖਰ ਹੈ, ਵੇਚਣ ਵਾਲਾ, ਦੇਣ ਵਾਲਾ, ਗੁਣਾਂ ਨੂੰ ਦੇਣ ਵਾਲਾ, ਵਣਜਾਰਿਆ ਲੈਣ ਵਾਲਾ, ਪ੍ਰਾਪਤ ਕਰਨ ਵਾਲਾ, ਦੋਹਾਂ ਰਹੀ ਸਮਾਏ, ਉਹ ਦੋਹਾਂ ਦਾ ਭਲਾ ਕਰਨ ਵਾਲੀ ਹੈ, ਦੋਹਾਂ ਤੇ ਬਖਸ਼ਿਸ਼ ਕਰਨ ਵਾਲੀ ਹੈ। ਸਤਿਗੁਰੂ ਮਹਾਰਾਜ ਇਹ ਸ਼ਬਦ ਵਿੱਚ ਚਾਰ ਚੀਜ਼ਾਂ ਲੱਭਦੀਆਂ ਨੇ, ਚਾਰ ਚੀਜ਼ਾਂ। ਇੱਕ ਦੇਵੀ ਗੁਣ ਜਿਹੜੇ ਰਤਨ ਹਨ। ਨੰਬਰ 2 ਕੱਚੇ ਗੁਰੂ ਜਿਹੜੇ ਦਾਅਵਾ ਤੇ ਕਰਦੇ ਨੇ ਤੁਹਾਡਾ ਭਲਾ ਕਰ ਦਿਆਂਗੇ, ਤੁਹਾਨੂੰ ਆਤਮਿਕ ਤੌਰ ਤੇ ਚਾਨਣ ਦੇ ਦਿਆਂਗੇ, ਤੁਹਾਨੂੰ ਇੱਕਮੇ ਕਰ ਦਿਆਂਗੇ, ਆਪ ਵਿਚਾਰੇ ਕੰਧਾਂ ਨਾਲ ਵੱਜਦੇ ਫਿਰਦੇ ਨੇ, ਆਪ ਸਮਝ ਨਹੀਂ ਆ ਰਹੀ ਜਾਣਾ ਕਹਿ ਨੂੰ, ਆਪ ਰਸਤਾ ਨਹੀਂ ਥਿਆਉਂਦਾ ਪਿਆ, ਦੂਜਿਆਂ ਨੂੰ ਮਾਰਗ ਤੇ ਪਾਈ ਜਾਂਦੇ ਨੇ। ਦੂਜੇ ਨੰਬਰ ਤੇ ਗੁਰਮੁਖ ਜਿਹੜਾ ਝੋਲੀ ਅੱਡ ਕੇ ਬੁੱਕ ਬਣਾ ਕੇ ਗੁਰੂ ਅੱਗੇ ਬੈਠਾ ਹੈ, ਮਹਾਰਾਜ ਮੈਨੂੰ ਦੇਵੀ ਗੁਣ ਚਾਹੀਦੇ ਨੇ, ਮੈਨੂੰ ਰਤਨ ਚਾਹੀਦੇ ਨੇ। ਤੇ ਸੱਚਾ ਗੁਰੂ ਵੱਖਰ ਜਿਹੜਾ ਵੰਡਣ ਨੂੰ ਤਿਆਰ ਹੈ, ਕੋਈ ਆਏ ਮਿਲੇ ਗੋ ਗਾਹਕੀ ਲੈ ਗੋ ਮਹਿੰਗੇ ਮੋਲ, ਕੋਈ ਆਵੇ ਤੇ ਸਹੀ ਗਾਹਕ, ਗੁਰੂ ਤੇ ਤਿਆਰ ਬਰ ਤਿਆਰ ਬੈਠਾ ਹੈ, ਗੁਰੂ ਤੇ ਉਡੀਕ ਕਰਦਾ ਪਿਆ ਹੈ, ਕੋਈ ਆ ਤੇ ਸਹੀ, ਉਹ ਤੂੰ 10 ਮਿੰਟ ਬਹਿ ਤੇ ਸਹੀ, 2 ਮਿੰਟ ਖੜ ਤੇ ਸਹੀ। ਗੁਰੂ ਦਿਆ ਸਿੱਖਾ, ਗੁਰੂ ਕੋਲ ਬੈਠਿਆਂ ਭਲਾ ਹੀ ਭਲਾ ਹੈ। ਤੁਸੀਂ ਸੈਂਕੜੇ ਵਾਰ, ਹਜ਼ਾਰਾਂ ਵਾਰ ਬਚਨ ਸਰਵਣ ਕੀਤਾ ਹੋਵੇਗਾ। ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸਟੇ ਜੋ ਕੀਨੋ ਸੋ ਲਾਭ। ਇੱਕੋ ਹੀ ਇਦਾਂ ਦਾ ਸਥਾਨ ਹੈ, ਇੱਕੋ ਇਦਾਂ ਦਾ ਘਰ ਹੈ ਜਿੱਥੇ ਬੈਠਿਆਂ ਕਦੀ ਮਨੁੱਖ ਇਹ ਨਹੀਂ ਕਹਿੰਦਾ ਮੈਨੂੰ ਘਾਟਾ ਪੈ ਗਿਆ, ਜਿੱਥੇ ਕਦੀ ਮਨੁੱਖ ਨਹੀਂ ਕਹਿੰਦਾ ਮੈਨੂੰ ਘਾਟਾ ਪੈ ਗਿਆ, ਭਾਈ ਮੈਂ ਤੇ ਘਟ ਗਿਆ ਨਾ, ਭਾਈ ਤੋਟ ਨਾ ਆਵੇ ਵੱਧ ਦੋ ਜਾਈ। ਉਹ ਤੈਨੂੰ ਗੁਰੂ ਕੋਲ ਬੈਠ ਕੇ ਕਦੀ ਤੋਟ ਨਹੀਂ ਆਉਣੀ, ਆਤਮਿਕ ਤੌਰ ਤੇ ਵੀ ਤੇ ਸੰਸਾਰਿਕ ਤੌਰ ਤੇ ਵੀ। ਗੁਰੂ ਦਾ ਸੁਭਾਅ ਕੀ ਹੈ? ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਉਹਦਾ ਸੁਭਾਅ ਹੀ ਇਦਾਂ ਦਾ ਹੈ, ਜਿਹੜਾ ਬਹਿ ਗਿਆ ਉਹਦਾ ਭਲਾ ਕਰ ਦਿੱਤਾ। ਗੁਰੂ ਭਲਾ ਕਰਨ ਵਾਲਾ ਹੈ। ਇਸੇ ਕਰਕੇ ਤੇ ਮੇਰੇ ਬਾਬਾ ਜੀ ਨੇ ਤੁਰਦਿਆਂ ਤੁਰਦਿਆਂ ਮਰਦਾਨਾ ਜੀ ਕਹਿਣ ਲੱਗੇ, ਬਾਬਾ ਮੈਂ ਬਚਨ ਸਾਂਝਾ ਕਰਨ ਲੱਗਾ ਗੁਰਪ੍ਰਤਾਪ ਸੂਝ ਗ੍ਰੰਥ ਵਿੱਚੋਂ, ਗੱਲ ਰਤਨਾ ਦੀ, ਗੱਲ ਪਰਖ ਦੀ, ਜਿਹੜਾ ਅੱਜ ਦਾ ਕਨਸੈਪਟ ਚੱਲਦਾ ਪਿਆ ਹੈ ਨਾ, ਗੱਲ ਰਤਨਾ ਦੀ, ਗੱਲ ਪਰਖ ਦੀ। ਬਾਬਾ ਇੱਕ ਲਾਗੇ ਪਿੰਡ ਹੈ, ਉਸ ਪਿੰਡ ਵਿੱਚ ਜਾਂਦੇ ਆ, ਪ੍ਰਸ਼ਾਦਾ ਛਕਦੇ ਆ, ਸ਼ਾਇਦ ਸੂਰਜ ਪ੍ਰਕਾਸ਼ ਚ ਬਿਸ਼ੰਬਰਪੁਰਾ ਲਿਖਿਆ ਹੋਇਆ ਉਹਦਾ, ਭੁੱਲਦਾ ਨਾ ਹੋਵਾਂ ਤੇ। ਗਰੀਬਨਵਾਰ ਪਾਤਸ਼ਾਹ ਕਹਿੰਦੇ ਜਾ ਫਿਰ ਪ੍ਰਸ਼ਾਦਾ ਛਕਿਆ। ਕਹਿਣ ਲੱਗਾ ਬਾਬਾ ਜੀ ਕੋਈ ਰਿਸ਼ਤੇਦਾਰੀ ਹੋਵੇ, ਕੋਈ ਮਿੱਤਰ ਯਾਰ ਹੋਵੇ, ਉਹਦੇ ਘਰ ਜਾ ਕੇ ਮੰਗ ਕੇ ਲੈ ਲਈਏ, ਪ੍ਰਸ਼ਾਦਾ ਛਕ ਲਈਏ। ਵਾਕ ਵੀ ਕੋਈ ਨਹੀਂ, ਕੋਈ ਮਿੱਤਰ ਦੋਸਤ ਨਹੀਂ, ਕੋਈ ਪਿੰਡ ਨਹੀਂ, ਕੋਈ ਯਾਰ ਨਹੀਂ, ਕੋਈ ਮਿੱਤਰ ਨਹੀਂ, ਕੋਈ ਵਾਕ ਵੀ ਨਹੀਂ, ਤੇ ਕਿੱਦਾਂ ਖਾਵਾਂਗੇ? ਮਹਾਰਾਜ ਨੇ ਕਹਿੰਦੇ ਇੱਕ ਪੱਥਰ ਚੁੱਕਿਆ ਦਿੱਤਾ, ਜਾ ਵੇਚਿਆ। ਹੁਣ ਉਸ ਪੱਥਰ ਦੀ ਕੀਮਤ ਕੋਈ ਮਨੁੱਖ ਕੁਛ ਪਾਵੇ, ਕੋਈ ਮਨੁੱਖ ਕੁਛ ਪਾਵੇ। ਬਾਬਾ ਜੀ ਪੈਸੇ ਕੋਲ ਹੁੰਦੇ ਦੇ ਕੇ ਖਾ ਜਾਂਦੇ, ਪ੍ਰਸ਼ਾਦਾ ਛਕ ਲੈਂਦੇ। ਇਹ ਪੱਥਰ ਕੌਣ ਖਰੀਦੇ? ਕਹਿੰਦੇ ਨਗਰ 'ਚ ਜਾ, ਜੌਹਰੀ ਬੈਠਾ ਹੈ ਸਾਲਸਰਾਏ, ਸਾਲਸਰਾਏ ਕੋਲ ਜਾ, ਸਾਲਸਰਾਏ ਦੇ ਅੱਗੇ ਧਰਿਆ। ਅੱਗੇ ਧਰ ਕੇ ਉਹਦਾ ਸੇਵਕ ਸੀ ਅਧਰਕਾ, ਜਿਹਨੇ ਗੁਰੂ ਨੂੰ ਪਹਿਲਾਂ ਪਛਾਣਿਆ। ਮੈਂ ਸੰਖੇਪ ਜੀ ਸਾਖੀ ਗੱਲ ਕੀਤੀ ਹੈ, ਗੱਲ ਕੇਵਲ ਵਿੱਚੋਂ ਤੱਤ ਲੱਭਣਾ ਹੈ ਕਿ ਕੀ ਹੈ। ਜੌਹਰੀ ਸੀ, ਖਾਨਦਾਨੀ ਜੌਹਰੀ, ਪਰਿਵਾਰ ਜੌਹਰੀਆਂ ਦਾ ਸੀ। ਪੱਥਰ ਵੇਖਿਆ, ਚਿੱਟੇ ਰੰਗ ਦਾ ਕੱਪੜਾ ਵਿਛਾਇਆ, ਸਾਧ ਸੰਗਤ ਚਿੱਟੇ ਰੰਗ ਦਾ ਕੱਪੜਾ ਵਿਛਾਇਆ, ਪੱਥਰ ਉੱਤੇ ਧਰਿਆ, ਪ੍ਰਦਖਣਾ ਕੀਤੀਆਂ, 100 ਰੁਪਇਆ ਧਰ ਕੇ ਮੱਥਾ ਟੇਕਿਆ। ਕਹਿਣ ਲੱਗਾ ਜੀ ਵੇਚਣਾ ਜੇ? ਗੁਰੂ ਨਾਨਕ ਬਾਬਾ ਜੀ ਨੇ ਜਿਹੜਾ ਭਾਈ ਮਰਦਾਨਾ ਭੇਜਿਆ ਸੀ ਨਾ, ਹੈਰਾਨ ਹੋ ਗਿਆ। ਕਹਿਣ ਲੱਗਾ ਕੋਈ ਕਹਿੰਦਾ ਸੀ ਆਲੂਆਂ ਦੀ ਬੋਰੀ ਲੈ ਜਾ, ਕੋਈ ਕਹਿੰਦਾ ਸੀ ਕੁਛ ਲੈ ਜਾ, ਕੋਈ ਕਹਿੰਦਾ ਸੀ ਕੁਛ ਲੈ ਜਾ।
ਇਹ ਪਹਿਲਾ ਬੰਦਾ ਮੈਂ ਤੱਕਿਆ ਹੈ ਜਿਹਨੇ ਪੱਥਰ ਦੀਆਂ ਪ੍ਰਦਖਣਾ ਕੀਤੀਆਂ ਨੇ। ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਪੱਥਰ ਦੀਆਂ ਪ੍ਰਦਖਣਾ ਕੀਤੀਆਂ ਨੇ, 100 ਰੁਪਇਆ ਧਰ ਕੇ ਤੇ ਮੱਥਾ ਟੇਕਿਆ ਤੇ ਕਹਿੰਦਾ ਹੁਣ ਵੇਚਣਾ ਹੈ। ਇੱਕ ਦਿਮਾਗ ਦੀ ਬੱਤੀ ਕਹਿੰਦੇ ਨਾ ਦੇਸੀ ਭਾਸ਼ਾ 'ਚ ਜਗਦੀ, ਕਹਿਣ ਲੱਗਾ ਜਿਹਦੇ ਵੇਂਦਿਆਂ 100 ਆ ਗਿਆ, ਕੀ ਪਤਾ ਕਿੰਨਾ ਕੀਮਤੀ ਹੈ। ਜਿਹਨੂੰ ਵੇਂਦਿਆਂ ਸਾਰੀ 100 ਰੁਪਇਆ ਆ ਗਿਆ ਤੇ ਕਿੰਨਾ ਕੀਮਤੀ ਹੈ। ਕਹਿੰਦਾ ਜੀ ਮਾਲਕਾਂ ਨੂੰ ਪੁੱਛ ਕੇ ਆਉਣਾ, ਜਿਨ੍ਹਾਂ ਦਾ ਪੱਥਰ ਹੈ ਮੈਂ ਪੁੱਛ ਕੇ ਆਉਣਾ ਹੈ। ਭੱਜਾ ਹੀ ਆਇਆ, ਨਾਲੇ ਥੈਲੀ ਚੁੱਕੀ ਆਵੇ, ਨਾਲੇ ਚਿੱਟੇ ਰੰਗ ਦਾ ਕੱਪੜਾ ਉੱਤੇ ਪੱਥਰ ਧਰਿਆ, ਗੁਰੂ ਨਾਨਕ ਬਾਬਾ ਜੀ ਦੇ ਅੱਗੇ ਧਰ ਕੇ ਕਹਿਣ ਲੱਗਾ, ਮਹਾਰਾਜ ਆਹ ਦੱਸੋ। ਤੇ ਮੈਂ ਤੇ ਹੈਰਾਨ ਹੋ ਗਿਆ, ਜਿਹਦਾ ਵੇਖਣ ਦਾ 100 ਰੁਪਇਆ ਕੀਮਤ ਹੈ, ਉਹਦੀ ਕੀਮਤ ਕਿੰਨੀ ਹੋਏਗੀ। ਕਹਿਣ ਲੱਗੇ ਸਹੀ ਟਿਕਾਣੇ ਪਹੁੰਚੇ, ਚੱਲ ਚੱਲੀਏ ਹੁਣ। ਫਿਰ ਵੇਖਿਆ ਇੱਥੇ ਹੁਣ ਦੋ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਾਂਗਾ। ਮੇਰੇ ਗੁਰੂ ਬਾਬਾ ਜੀ ਨੇ ਸਵਾਲ ਕੀਤਾ, ਕਹਿਣ ਲੱਗੇ ਸਾਲ ਸੁਣਾਏ, ਉਹ ਤੈਨੂੰ ਕਿਵੇਂ ਪਤਾ ਹੈ ਕਿ ਇਹ ਰਤਨ ਹੈ, ਕੀਮਤੀ ਹੀਰਾ ਹੈ ਜਾਂ ਕੀਮਤੀ ਪੱਥਰ ਹੈ। ਕਹਿਣ ਲੱਗਾ ਬਾਬਾ ਜੀ ਅਸੀਂ ਖਾਨਦਾਨੀ ਜੌਹਰੀਆਂ, ਬਾਬਾ ਜੀ ਮੇਰੇ ਬਜ਼ੁਰਗ ਇਹ ਕੰਮ ਕਰਦੇ ਨੇ, ਹਜ਼ਾਰਾਂ ਲੱਖਾਂ ਪੱਥਰਾਂ ਦੇ ਵਿੱਚ ਕਿਸੇ ਹੀਰੇ ਨੂੰ ਰੱਖ ਦਿਓ, ਅਸੀਂ ਪਰਖ ਲਵਾਂਗੇ। ਮੇਰੇ ਗਰੀਬ ਨਵਾਜ ਪਾਤਸ਼ਾਹ ਜਿਹੜਾ ਰਤਨੀ ਮੇਰਾ ਸਤਿਗੁਰੂ ਸੀ ਨਾ, ਜਿਹਨੇ ਰਤਨਾਂ ਦੀ ਗੁਥਲੀ ਹੱਥ ਵਿੱਚ ਫੜੀ ਹੋਈ ਸੀ, ਜਿਹੜਾ ਮੇਰਾ ਸਤਿਗੁਰੂ ਉਸ ਗੰਢ ਨੂੰ ਖੋਲਣੀ ਜਾਣਦਾ ਹੈ, ਸਾਲਸਰਾਏ ਜੌਹਰੀ ਨੂੰ ਕਹਿਣ ਲੱਗਾ, ਗੁਰੂ ਨਾਨਕ ਸਾਹਿਬ ਬਚਨ ਕੀਤਾ, ਕਹਿਣ ਲੱਗੇ ਸਾਲਸਰਾਏ ਸਾਰੀ ਉਮਰ ਪੱਥਰ ਹੀ ਪਰਖਦਾ ਰਹੇਗਾ ਕਿ ਆਪਣੇ ਅੰਦਰ ਨੂੰ ਵੀ ਪਰਖੇਗਾ। ਅੰਦਰ ਵੀ ਪਰਖ ਕੇ ਵੇਖ, ਅੰਦਰ ਬੜਾ ਵੱਡਾ ਹੀਰਾ ਟਿਕਿਆ ਹੋਇਆ ਹੈ। ਬੇਨਤੀ ਕਰਾਂ ਸਾਧ ਸੰਗਤ ਜੀ, ਗੱਲ ਰਤਨਾਂ ਦੀ ਚੱਲਦੀ ਪਈ ਹੈ। ਮੇਰੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਜਨਮ ਹੀਰਾ ਹੈ। ਮਹਾਰਾਜ ਦੀ ਬਾਣੀ ਪੜ੍ਹੀਏ, ਕਹਿਣ ਲੱਗੇ ਕੀਰਤਨ ਹੀਰਾ ਹੈ। ਮਹਾਰਾਜ ਦੀ ਬਾਣੀ ਪੜ੍ਹੀਏ, ਕਹਿੰਦੇ ਪ੍ਰਮਾਤਮਾ ਦਾ ਨਾਮ ਹੀਰਾ ਹੈ। ਹਰਸੋਂ ਹੀਰਾ ਛਾੜ ਕੇ ਕਰੇ ਆਨ ਕੀ ਆਸ। ਹਰੀ ਪ੍ਰਮਾਤਮਾ ਦਾ ਨਾਮ ਹੀਰਾ ਹੈ, ਰਤਨ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਹੀਰਾ। ਗੁਰੂ ਮਾਲਕ ਦਾ ਕੀਰਤਨ ਕੀਰਤੀ ਵਡਿਆਈ ਵੀ ਹੀਰਾ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਹਾਲਤ ਕੀ ਹੈ, ਰਾਤ ਗਵਾਈ ਸੋਏ ਕੇ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਇਓ ਸਿਖਾ। ਉਹ ਮਨੁੱਖਾ ਜਨਮ ਧਾਰਨ ਕਰ ਲੈ, ਮਨੁੱਖਾ ਜਨਮ ਸਭ ਤੋਂ ਵੱਡਾ ਹੀਰਾ, ਸਭ ਤੋਂ ਵੱਡਾ ਰਤਨ। ਗੁਰੂ ਦੇ ਚਰਨਾਂ 'ਚ ਧਰ, ਤੇਰੀ ਕੀਮਤ ਵੱਧ ਜਾਏਗੀ। ਸਾਲਸਰਾਏ ਪੱਥਰਾਂ ਨੂੰ ਪਰਖਦਾ ਰਹੇਗਾ, ਕਦੀ ਆਪਣੇ ਆਪ ਨੂੰ ਵੀ ਪਰਖੇਗਾ। ਮੇਰੇ ਗੁਰੂ ਪਾਤਸ਼ਾਹ ਕਹਿਣ ਲੱਗੇ ਤੇਰਾ ਅੰਦਰ ਕਿਸੇ ਹੀਰੇ ਤੋਂ ਘੱਟ ਨਹੀਂ, ਕੀਮਤੀ ਹੈ। ਮਹਾਰਾਜ ਦੇ ਚਰਨੀ ਪਿਆ, ਕਹਿਣ ਲੱਗਾ ਜੀ ਕਿਰਪਾ ਕਰੋ। ਕਹਿੰਦੇ ਅਧਰਕੇ ਦੇ ਚਰਨੀ ਪਏ, ਪਹਿਲਾਂ ਇਹ ਤਰਿਆ, ਪਹਿਲਾਂ ਇਹਦਾ ਭਲਾ ਹੋਇਆ। ਤੇ ਬਿਨਾਂ ਕਿਸੇ ਹੀਰ ਹੁਜਤ ਤੋਂ ਗੁਰੂ ਦਾ ਬਚਨ ਮੰਨ ਕੇ ਕਵੀ ਸੰਤੋਖ ਸਿੰਘ ਲਿਖਦੇ ਨੇ, ਅਧਰਕੇ ਦੇ ਚਰਨਾਂ ਨਾਲ ਨਮਸਕਾਰ ਕਰ ਕਹਿਣ ਲੱਗਾ ਮਹਾਰਾਜ ਬਚਨ ਦਿਓ। ਮੈਂ ਆਪ ਜੀ ਨਾਲ ਸਾਂਝ ਪਾਈ ਇਹ ਹੈ ਕਿ ਗੁਰੂ ਦੇ ਹੋ ਕੇ ਵੇਖੀਏ, ਗੁਰੂ ਦੇ ਸਨਮੁਖ ਖੜ ਕੇ ਵੇਖੀਏ, ਗੁਰੂ ਅੱਗੇ ਝੋਲੀ ਖੋਲ ਕੇ ਤੇ ਵੇਖੀਏ, ਝੋਲੀ ਅੱਡ ਕੇ ਤੇ ਵੇਖੀਏ। ਗੁਰੂ ਤੇ ਤਿਆਰ ਬੈਠਾ, ਕੋਈ ਆਵੇ ਤੇ ਸਹੀ। ਜਿਵੇਂ ਬਚਨ ਸਾਂਝਾ ਕੀਤਾ ਸੀ ਨਾ, ਕੋਈ ਆਏ ਮਿਲੇਗੋ ਗਾਹਕੀ ਲੇਗੋ ਮਹਿੰਗੇ ਮੋਲ। ਕੋਈ ਆਊਗਾ ਗਾਹਕ ਜਿਹੜਾ ਮਹਿੰਗੇ ਮੁੱਲ 'ਚ ਲੈ ਲੇਗਾ। ਮੇਰੇ ਸੱਚੇ ਪਾਤਸ਼ਾਹ ਨੇ ਜੌਹਰੀ ਨੂੰ ਕਿਹਾ ਬਾਹਰ ਦੇ ਰਤਨ ਪਰਖਦਾ ਰਹਿ, ਪਰਖਦਾ ਰਹਿ, ਤੇਰਾ ਕਾਰੋਬਾਰ ਹੈ। ਅੰਦਰ ਨੂੰ ਪਰਖ, ਅੰਦਰ ਹੀਰਾ ਬੈਠਾ ਹੋਇਆ ਹੈ, ਅੰਦਰ ਨੂੰ ਵੇਖ। ਮੇਰੇ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਦੇ ਨੇ, ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਵਖ ਤੈ ਬਣ ਜਾ ਰਿਆ ਦੋਹਾਂ ਰਹੀ ਸਮਾਏ। ਜਿਣ ਗੁਣ ਪੱਲੇ ਨਾਨਕਾ। ਉਹ ਹੇ ਨਾਨਕ, ਜਿਨ੍ਹਾਂ ਦੇ ਪੱਲੇ ਗੁਣ ਨੇ ਨਾ, ਦੇਵੀ ਗੁਣ ਨੇ, ਮਾਣਕ ਵਣਜੈ ਸੇ, ਉਹ ਹੀ ਰਤਨਾਂ ਦਾ ਵਪਾਰ ਕਰਦੇ ਨੇ। ਕੌਡੀਆਂ ਦੇ ਵਪਾਰੀ ਬੜੇ ਹੋਣਗੇ, ਸਸਤੇ ਮਿਲ ਜਾਂਦੀਆਂ ਨੇ। ਹੋਰ ਦੁਨਿਆਵੀ ਪਦਾਰਥਾਂ ਦੇ ਵਪਾਰੀ ਬਹੁਤ ਨੇ, ਸਸਤੇ ਮਿਲ ਜਾਂਦੇ ਨੇ। ਪਰ ਜਦੋਂ ਕਿਸੇ ਸੁਨਿਆਰ ਵੀਰ ਦੀ ਦੁਕਾਨ ਤੇ, ਜੌਹਰੀ ਵੀਰ ਦੀ ਦੁਕਾਨ ਤੇ ਚੜ੍ਹਨਾ ਹੋਵੇ ਨਾ, ਤੇ ਬੰਦਾ ਆਪਣਾ ਪੱਲਾ ਵੇਖ ਕੇ ਚੜ੍ਹਦਾ ਹੈ। ਇਦਾਂ ਤੇ ਨਹੀਂ ਨਾ ਚੜ੍ਹ ਜਾਂਦਾ।
अपना पल्ला वेख के चढ़ता है। जिन्हां कोल दैवी गुण ने, जिन्हां ने गुरु अगे नतमस्तक हो के अपने आप को समर्पित कर लिया, सतगुरु कहन लगे गुणा माणक भी उही, गुणा रूपी माणक उही वणजदे ने, वपार करते ने। रत्ना सार ना जाणनी, जाणनी रत्ना दी सार नहीं जानते। गुरबाणी दे विच सार शब्द, सार दा अर्थ है कीमत, सार दा अर्थ है श्रेष्ठ, ते तीजा अर्थ बनता है सार दा लोहा। गुरबाणी दे विच ना तीन रूपां च सार दे अर्थ होंदे ने। श्रेष्ठ सार, गुर सेवा तपां सिर तप सार, श्रेष्ठ सेवा है गुरु दी सेवा। उस तो बाद महाराज सच्चे पातशाह ने गुरबाणी मैन के दंत क्यों खाइए सार। मैन कहंदे ने मोम नूं, मोम दे सिद्ध गोष्ठ विच बचन आउंदा, सार दा अर्थ है लोहा। उस तो बाद इत्थे की है कीमत, सार दी अर्थ है कीमत। रत्ना सार ना जाननी अंधे बत्तै लोए। कहंदे भाई ਜਿਹੜੇ ਆਤਮਿਕ ਤੌਰ ਤੇ ਅੰਨੇ ਮਨੁੱਖ ਨੇ ਨਾ, ਉਹਨਾਂ ਨੂੰ ਇਹਦੀ ਕੀਮਤ ਦਾ ਪਤਾ ਨਹੀਂ, ਇਹਨਾਂ ਦੀ ਸਾਰ ਦਾ ਪਤਾ ਨਹੀਂ। ਸਾਰੀ ਜ਼ਿੰਦਗੀ ਇੱਦਾਂ ਲੰਘ ਜਾਂਦੀ ਹੈ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਪਰ ਗੁਰੂ ਦੇ ਸ਼ਬਦ ਦਾ ਗਿਆਨ ਨਹੀਂ ਆਉਂਦਾ। ਹੋਰ ਦੁਨਿਆਵੀ ਹਰੇਕ ਵਿਦਿਆ ਨੂੰ ਜਾਣਦਾ ਹੈ, ਹਰੇਕ ਗਿਆਨ ਨੂੰ ਜਾਣਦਾ ਹੈ, ਪਰ ਸਾਧ ਸੰਗਤ ਗੁਰੂ ਦੇ ਗਿਆਨ ਦੀ ਸੋਝੀ ਨਹੀਂ, ਗੁਰੂ ਦੇ ਸ਼ਬਦ ਦੀ ਸੋਝੀ ਨਹੀਂ। गुरु अगे अरदास करनी है, गुरु अगे बेनती करनी है, मेरे सतगुरा मैं ढह पिया वां तेरे चरणों दे विच। सतगुरु मेरे ते किरपा कर, मैं तेरे चरणों च ढह पिया वां, मेरी बांह फड़, किरपा कर, मैं उन्हां दैवी गुणा रूपी रत्ना तो सखना वां जिदा तू भंडारा है, जिदा तू मालक है। किरपा कर अपने बेअंत भंडारे चों कुछ गुण मेरे गरीब दी झोड़ी च भी पा दे। नानक गरीब बंदा जन तेरा, मैं तेरा सेवक हाँ, किरपा कर मेरी झोली च भी पा दे। जो गुरु त्रुठ पिया ना, ते गुरु जो त्रुठ पैंदा है उदों किरपा दा मींह वरसदा है। आपां बचन पढ़दे हैं ना, तरस पिया मेहरामत होई, सतगुर सज्जन मिलिया, नानक नाम मिले तां जीवा, तन मन थीवै हरिया। गुरु प्यारी साध संगत जी, दो श्लोकां दी विचार अर्थ भाव नाल आप जी दे सन्मुख रखी है दास ने। गुरु साहब कृपा करन, जिवें दा गुरु ने बुलाया है, आप जी के सन्मुख बचन सांझे कीते ने। सेवादार दियां भुल्लां ना चितारनियां, गुरु का बचन अपने हिरदे च वसाउणा। बचन दो ने। सतगुरु महाराज कहंदे श्लोक महला दूजा, नानक अंधा होए कै रत्ना परखण जाए, रत्ना सार ना जानाई आवे आप लखाए। महला दूजा, रत्ना केरी गुथली रत्नी खोली आए, वखर तेवण जा रहा दोहां रही समाए। जिन गुण पल्ले नानका माणक बन जैसे, रत्ना सार ना जाननी अंधे बत्ते लोए। वाहिगुरु जी का खालसा, वाहिगुरु जी की फतेह।